क्षमादान। रेडियो पंजाब टुडे सुनने वाले तमाम श्रोतिਆਂ ਨੂੰ ਮੇਰੇ ਵੱਲੋਂ सरदार जसवीर सिंह भट्टी ਵੱਲੋਂ ਤੇ सरदार बख्तार सिंह ढिल्लों ਵੱਲੋਂ प्यार भरी सत श्री अकाल। खुशामदीद। दिन है जी मंगलवार, तरीक है 20 जुलाई, समा शाम के 6:31। ਤੁਸੀਂ इस वक्त रेडियो पंजाब टुडे ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਪ੍ਰੋਗਰਾਮ ਸ਼ਮਾਜ਼ਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਪ੍ਰਸਾਰਿਤ ਕੀਤਾ ਜਾਂਦਾ, ਜਿਹਦਾ 2 ਵਾਰ ਮੁੜ ਪ੍ਰਸਾਰਨ ਹੁੰਦਾ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਵੀ ਰੇਡੀਓ ਪੰਜਾਬ ਟੁਡੇ 'ਤੇ ਸੁਣ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਵੀਰ ਐਂਡਰੋਇਡ ਐਪ ਡਾਊਨਲੋਡ ਕਰਦੇ ਨੇ ਉਹ ਪੰਜਾਬ ਭਰ ਦੀਆਂ ਖਬਰਾਂ ਵੀ ਉੱਥੇ ਪੜ੍ਹ ਸਕਦੇ ਨੇ। ਸਾਡੀਆਂ ਹੋਰ ਕਹਾਣੀਆਂ, ਬੜੇ ਪ੍ਰੋਗਰਾਮ ਨੇ ਜਿਹੜੇ ਅਸੀਂ ਐਪ ਦੇ ਉੱਤੇ ਰੇਡੀਓ ਦੇ ਉੱਤੇ ਡਾਇਰੈਕਟ ਔਨ ਏਅਰ ਨਹੀਂ ਕਰਦੇ, ਕਿਉਂਕਿ ਸਮਾਂ ਉਵੇਂ ਨਹੀਂ ਸੂਟੇਬਲ ਬਹਿੰਦਾ, ਪਰ ਉਹਨਾਂ ਦੀਆਂ ਰਿਕਾਰਡਿੰਗਸ ਜਿਹੜੀਆਂ ਪਾਈਆਂ ਜਾਂਦੀਆਂ ਨੇ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਸਰਦਾਰ ਬਲਬੀਰ ਸਿੰਘ ਉਸਮਾਨਪੁਰ ਸਿਆਟਲ ਤੋਂ, ਅਤੇ ਭਰਪੂਰ ਸਿੰਘ ਮੱਲਾ ਬਰਾੜ ਬੇਕਰਸਫੀਲਡ ਤੋਂ, ਅਤੇ ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਜਿਹੜੀ ਲੋਕਲ ਜੋਬ ਦੇ ਲਈ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ, ਪੰਜਾਬੀ ਅਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ। 206 354 40 60 ਅਤੇ ਜਗਦੇਵ ਸੰਧੂ ਹੋਰਾਂ ਨਾਲ 253 266 6924 'ਤੇ ਕਾਲ ਕਰ ਸਕਦੇ ਹੋ। ਅਕਾਲ ਟਰੱਕ ਐਂਡ ਟ੍ਰੇਲਰ ਜਿਹੜੀ ਆਪਣੀ ਨਵੀਂ ਲੋਕੇਸ਼ਨ 'ਤੇ ਸ਼ਿਫਟ ਹੋ ਗਏ ਨੇ, 92 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ। ਇੱਥੇ ਹੁਣ ਤੁਹਾਨੂੰ ਜੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਪਾਰਕਿੰਗ ਵੀ ਪੂਰੀ ਮਿਲੇਗੀ, ਫਿਕਰ ਵਾਲੀ ਗੱਲ ਨਹੀਂ ਹੈ। ਵਾਸ਼ ਹੈ ਇੱਥੇ, ਕੋਈ ਟਰੱਕ ਲਿਊਬ ਹੈ। ਇਸ ਤੋਂ ਇਲਾਵਾ ਪਹਿਲਾਂ ਵਾਲੇ ਕੰਮ ਉਸੇ ਤਰ੍ਹਾਂ ਹੀ ਹੈ, DOT ਸੇਫਟੀ ਕਰਾ ਕੇ ਦਿੱਤੀ ਜਾਂਦੀ ਹੈ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਸੈਮੀ ਅਤੇ ਟ੍ਰੇਲਰ ਦਾ ਸਾਰਾ ਕੰਮ ਕੀਤਾ ਜਾਂਦਾ। 204 459 2000 'ਤੇ ਕਾਲ ਕਰ ਸਕਦੇ ਹੋ। ਬੇਕਰਸਫੀਲਡ ਏਰੀਏ 'ਤੇ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਜਤਿੰਦਰ ਸਿੰਘ ਤੂਰ ਹੋਰਾਂ ਨਾਲ 661754 752 'ਤੇ ਕਾਲ ਕਰ ਸਕਦੇ ਹੋ ਤੁਸੀਂ। ਸੋ ਪ੍ਰੋਗਰਾਮ ਨੂੰ ਸਪੋਂਸਰ ਕਰਨ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 9216410666 'ਤੇ ਵੀ ਮੈਸੇਜ ਕਰ ਸਕਦੇ ਹੋ, ਜਾਂ 97801 48741 'ਤੇ ਵੀ ਕਰ ਸਕਦੇ। ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਮੇਰੇ ਨਾਲ ਨੇ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ, ਨਵਜੋਤ ਸਿੰਘ ਸਿੱਧੂ 2 ਦਿਨਾਂ ਦੇ ਵਿੱਚ 60 ਦੇ ਕਰੀਬ ਵਿਧਾਇਕਾਂ ਨੂੰ ਮਿਲ ਕੇ ਤੇ ਖਟਕੜ ਕਲਾਂ ਤੋਂ ਹੁੰਦੇ ਹੋਏ ਅੰਮ੍ਰਿਤਸਰ ਪਹੁੰਚ ਗਏ ਨੇ ਜੀ। ਜੀ 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 ਨਵਜੋਤ ਸਿੰਘ ਸਿੱਧੂ ਜਿੰਨੇ ਚੁੱਪ ਕਰਕੇ ਬੈਠੇ ਸੀ, ਪ੍ਰਧਾਨਗੀ ਮਿਲਦਿਆਂ ਸਾਰੀ ਉਨੀ ਸਰਗਰਮੀ ਨਾਲ ਜਿਹੜੇ ਸੀ ਉਹਨਾਂ ਆਪਣੀਆਂ ਸਰਗਰਮੀਆਂ ਆਰੰਭ ਕਰ ਦਿੱਤੀਆਂ। ਤੇ ਜੇ ਇਹ ਕਹਿ ਲਈਏ ਚੜ੍ਹਦੇ ਸੂਰਜ ਨੂੰ ਹਰ ਕੋਈ ਸਲਾਮ ਕਰਦਾ, ਲੇਕਿਨ ਨਵਜੋਤ ਸਿੰਘ ਸਿੱਧੂ ਦੀ ਉਹਦੇ ਕੰਮ ਉਲਟ। ਲੋਕੀ ਜਿਹੜੇ ਚੜ੍ਹਦੇ ਸੂਰਜ ਨੂੰ ਸਲਾਮ ਤੇ ਕਰਦੇ ਕਰਦੇ, ਲੇਕਿਨ ਨਵਜੋਤ ਸਿੰਘ ਸਿੱਧੂ ਦੇ ਘਰ ਸਲਾਮ ਕਰਨ ਦੀ ਸਵੇਰ ਤੋਂ ਭੀੜ ਲੱਗ ਜਾਂਦੀ ਹੈ। ਅੱਜ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਚੱਲੇ ਨੇ ਰਸਤੇ 'ਚ ਥਾਂ ਥਾਂ ਤੇ ਸੰਗਤਾਂ ਨੇ ਜਾਂ ਵਰਕਰਾਂ ਨੇ ਸਵਾਗਤ ਕੀਤਾ, ਲੋਕਾਂ ਨੇ ਸਰੋਪੇ। ਸੰਗਤਾਂ ਤਾਂ ਆਪਾਂ ਮਾਫੀ ਮੰਗ ਲੈਂਦੇ ਜੀ, ਸੰਗਤਾਂ ਤਾਂ ਗੁਰੂ ਦੀਆਂ ਹੀ ਹੁੰਦੀਆਂ ਨੇ। ਸੋ ਸੰਗਤਾਂ ਸ਼ਬਦ ਕੱਲ੍ਹ ਨੂੰ ਸਾਡੇ ਲਿਸਨਰ ਇਸ 'ਤੇ ਇਤਰਾਜ਼ ਕਰਨ, ਪਾਰਟੀ ਵਰਕਰ ਕਹਿ ਸਕਦੇ, ਉਹਨਾਂ ਦੇ ਚਾਹੁਣ ਵਾਲੇ ਕਹਿ ਸਕਦੇ। ਉਹਦਾ ਪੰਜਾਬੀ ਦੱਸ ਦਿਓ ਕੀ ਹੁੰਦਾ ਜੀ? ਪੰਜਾਬੀ ਤੁਸੀਂ ਦੱਸ ਦਿਓ ਜੀ। ਮੈਂ ਦੱਸਦਾ ਸੰਗਤ ਹੁੰਦਾ। ਸੰਗਤ ਚਲੋ ਤੁਸੀਂ ਕਹਿੰਦੇ ਹੋ ਜੀ, ਇੱਥੇ ਮੈਨੂੰ ਆਪਾਂ ਗੁਰੂ ਦੀ ਸੰਗਤ ਕਹਿੰਦੇ ਹਮੇਸ਼ਾ ਹੀ। ਆਮ ਲੋਕ ਸਾਰੇ ਅੱਜ ਨੇ, ਭਾਵੇਂ ਕਿਸੇ ਵੀ ਧਰਮ ਦੇ। ਇੱਥੇ ਭੱਟੀ ਸਾਹਿਬ ਚਲੋ ਮੈਂ ਇਸ ਚੀਜ਼ 'ਚ ਬਹਿਸ 'ਚ ਆਪਾਂ ਦੋਵੇਂ ਭਰਾ ਨਹੀਂ ਪੈਂਦੇ। ਘਰੇ ਪ੍ਰਸ਼ਾਦ ਆਪਾਂ ਰੋਟੀ ਕਹਿ ਦਿੰਦੇ ਹਾਂ, ਗੁਰੂ ਘਰ ਲੰਗਰ ਕਹਿੰਦੇ ਹੁਣ, ਨਹੀਂ ਤਾਂ ਉਹ ਅੰਨ ਦੀ ਬਣੀ ਹੈ ਵਸਤੂ। ਬਿਲਕੁਲ ਉਹੀ ਗੱਲ ਤਾਂ ਉੱਥੇ ਮੁੱਕਦੀ ਆ ਕੇ ਨਾ, ਫਿਰ ਬਸ ਗੱਲ ਤਾਂ ਉੱਥੇ ਮੁੱਕਦੀ ਆ ਕੇ ਨਾ ਵੀ ਸੰਗਤ ਕਹਿ ਦਿਓ, ਪਾਰਟੀ ਵਰਕਰ ਕਹਿ ਦਿਓ, ਲੋਕ ਕਹਿ ਦਿਓ, ਗਲਤ ਹੋਈ ਆ ਵੀ ਕਾਲੀ ਦੀ ਇੱਧਰ ਫੜ ਲਓ। ਚਲੋ ਮੰਨ ਲਈ ਜੀ, ਚਲੋ ਜੋ ਵੀ ਹੈ ਜੀ। ਅਸੀਂ ਸੰਗਤ ਨਹੀਂ ਕਹਿੰਦੇ ਤੁਹਾਨੂੰ ਇਤਰਾਜ਼ ਹੈ ਤੇ ਕੋਈ ਗੱਲ ਨਹੀਂ, ਆਪਾਂ ਕਹਿ ਦਿੰਦੇ ਇਕੱਠੇ ਜਿਹੜੀ ਨਹੀਂ ਆਪਾਂ ਕਦੋਂ ਜੀ ਆਪਾਂ ਕਦੋਂ ਗੱਲ ਕਰ ਜਿੱਥੇ ਕਿਸੇ ਨੂੰ ਇਤਰਾਜ਼ ਆਪਾਂ ਕਦੋਂ ਗੱਲ ਕਰ ਜੀ ਜੀ ਜੀ। ਤੇ ਜਿਸ ਗਰਮਜੋਸ਼ੀ ਨਾਲ ਲੋਕਾਂ ਨੇ ਪਾਰਟੀ ਵਰਕਰ ਨੇ ਸਵਾਲ ਕੀਤਾ, ਉਹ ਮਿਸਾਲ ਸੀ ਜੀ। ਔਰ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ 2012 ਦੇ ਵਿੱਚ ਜਦੋਂ ਮਨਪ੍ਰੀਤ ਬਾਦਲ ਨੇ ਪੀਪਲ ਪਾਰਟੀ ਆਫ ਪੰਜਾਬ ਬਣਾਈ ਸੀ, ਇਸੇ ਤਰੀਕੇ ਨਾਲ ਸਵਾਗਤ ਕੀਤਾ ਸੀ ਲੋਕਾਂ ਨੇ। ਬਿਲਕੁਲ ਜੀ ਬਿਲਕੁਲ ਸੇਮ ਸਿਚੁਏਸ਼ਨ ਪੈਦਾ ਹੋਈ ਹੈ। ਜਦੋਂ ਉਹ ਅੱਜ ਚੰਡੀਗੜ੍ਹ ਤੋਂ ਆ ਰਹੀ ਸੀ, ਪਟਿਆਲੇ ਤੋਂ ਆ ਰਹੇ ਸੀ, ਤੇ ਰਸਤੇ ਦੇ ਵਿੱਚ ਜਿਹੜਾ ਸੀ ਉਹਨਾਂ ਨੇ ਖਟਕੜ ਰੱਖਣਾ ਸੀ, ਉੱਥੇ ਸ਼ਹੀਦਾਂ ਦੀ ਸ਼ਰਧਾਂਜਲੀ ਭੇਟ ਕਰਨੀ ਸੀ ਤੇ ਉੱਥੋਂ ਆਸ਼ੀਰਵਾਦ ਲੈਣਾ ਸੀ ਜੀ। ਲੇਕਿਨ ਉਹ ਜੇ ਰੋਪਣ ਲੱਗ ਗਈ ਸਨ ਤੇ 2 ਧਿਰਾਂ, ਇੱਕ ਸ਼ਾਇਦ ਚੌਧਰੀ ਮੋਹਨ ਲਾਲ ਤੇ ਇੱਕ ਚੌਧਰੀ ਤਰਲੋਚਨ ਸਿੰਘ ਜੀ।
ਦੋਵਾਂ ਦੀਆਂ ਧਿਰਾਂ ਜਿਹੜੀਆਂ ਸੀ ਉੱਥੇ ਆਪਸ ਵਿੱਚ ਭਿੜ ਗਈਆਂ। ਦੋਵੇਂ ਸਾਬਕਾ ਵਿਧਾਇਕ ਨੇ, ਦੋਵੇਂ ਕਾਂਗਰਸੀ ਨੇ। ਕੋਈ ਸਿੱਧੂ ਪਤਾ ਨਹੀਂ ਲੱਗਦਾ ਸਿੱਧੂ ਮੁਰਦਾਬਾਦ ਦੇ ਨਾਰੇ ਲੱਗਦੇ ਆ ਕਿ ਜਿੱਦਾਬਾਦ ਦੇ ਨਾਰੇ ਲੱਗਦੇ ਜੀ। ਇਹ ਆ ਸਾਡਾ ਕਲਚਰ, ਕਾਂਗਰਸ ਦਾ ਕਲਚਰ। ਚਲੋ ਸਿੱਧੂ ਉੱਥੇ ਆਏ, ਸਿੱਧੂ ਨੇ ਆ ਕੇ ਉੱਥੇ ਜਿਹੜੀ ਸੀ ਆਪਣੀ ਨਤਮਸਤਕ ਹੋਏ, ਲੋਕਾਂ ਨੇ ਕਰਮ ਦਸੀਏ ਸਵਾਗਤ ਕੀਤਾ। ਤੇ ਸਿੱਧੂ ਦੀ ਜਿਹੜੀ ਸੀ ਉਹਨਾਂ ਨੇ ਸਿੱਧੂ ਨੇ ਉੱਥੇ ਗੱਲਬਾਤ ਹੀ ਮਾੜੀ ਮੋਟੀ ਕੀਤੀ ਪੱਤਰਕਾਰਾਂ ਨੇ। ਵੇਖੋ ਜੀ, ਅਸੀਂ ਐਲਾਨ ਕਰਦੇ ਕਿ ਅਸੀਂ ਪਾਰਟੀ ਨੂੰ ਇੱਕ ਮੁੱਠ ਕਰਕੇ ਅਗਲੀ ਸਰਕਾਰ 2022 ਚ ਬਣਾਵਾਂਗੇ। ਜਿਹੜੇ ਪਾਰਟੀ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਉਹਦੇ ਪੂਰੇ ਉਤਰਾਂਗੇ ਜੀ। ਚਲੋ ਚੰਗੀ ਗੱਲ, ਇਹ ਤੇ ਲੀਡਰ ਸਾਰੇ ਕਹਿੰਦੇ ਆ, ਲੇਕਿਨ ਸਮਾਂ ਆਉਣ ਤੇ ਪਤਾ ਲੱਗਦਾ ਵੀ ਕਿਸ ਪਾਸੇ ਕਿੱਥੇ ਜਾਂਦੇ ਜੀ। ਜਦੋਂ ਸਿੱਧੂ ਸਾਹਿਬ ਪ੍ਰਧਾਨ ਬਣ ਕੇ ਆਏ ਨੇ, ਪਟਿਆਲੇ ਚ ਆਏ ਤੇ 5 6 8 ਲਗਭਗ ਉੱਥੇ MLA ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਜੀ। ਇੱਕ ਕੈਪਟਨ ਅਮਰਿੰਦਰ ਸਿੰਘ ਆ ਤੇ ਇੱਕ ਸਾਡੇ ਮਾਨਯੋਗ ਜਿਹੜੇ ਆ ਉਹ ਚੰਦੂ ਮਾਜਰਾ ਸਾਹਿਬ ਨੇ। ਇਹ ਦੋ ਨੂੰ ਕੱਲ੍ਹ ਨੂੰ ਬਾਕੀ 6 ਰਹੇ ਤੇ 6 ਦੇ ਵਿੱਚੋਂ 5 MLA ਇਹਨਾਂ ਨੂੰ ਇੱਕ ਜਗ੍ਹਾ ਮਿਲ ਗਏ ਜਿੱਥੇ ਇਹਨਾਂ ਮੁਲਾਕਾਤ ਹੋਈ ਜੀ। ਕਰ ਕਰਾ ਕੇ ਪਹਿਲਾਂ ਇਹਨਾਂ ਦੇ ਸਾਰਥੀ ਇੱਕ ਦਿਨ ਰਹੇ ਪੂਰੀ ਤਰ੍ਹਾਂ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਜੀ, ਤੇ ਦੂਸਰੇ ਦਿਨ ਜਿਹੜੇ ਸੀ ਉਹਨਾਂ ਦੇ ਸਾਰਥੀ ਰਹੇ ਰਾਜਾ ਬੜੇ। ਇਹਨਾਂ ਦਾ ਆਪਣਾ ਕਹਿਣਾ ਵੀ ਅਸੀਂ MLA ਜਿਹੜੇ ਆ ਕੋਈ 65 ਤੋਂ ਲੈ ਕੇ 70 ਤੱਕ MLA ਨਾਲ ਮੁਲਾਕਾਤ ਕਰ ਚੁੱਕੇ ਆ, ਉਹਨਾਂ ਨਾਲ ਮੇਲ ਮਿਲਾਪ ਕਰ ਚੁੱਕੇ। ਚੰਗੀ ਗੱਲ ਮਿਲਣਾ ਚਾਹੀਦਾ। ਹੋਰ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਹੈ। ਲੇਕਿਨ ਕੱਲ ਜਿਸ ਤਰੀਕੇ ਨਾਲ ਇਹ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਛੱਡ ਕੇ ਉੱਥੇ ਜਿਹੜੇ ਸੀ KP ਰਾਣਾ, ਫਿਰ ਭੱਠਲ, ਇਹਨਾਂ ਸਾਰੀਆਂ ਦੀ ਭੁਪਿੰਦਰ ਬਾਜਵਾ, ਇਹਨਾਂ ਸਾਰੀਆਂ ਕੋਠੀਆਂ ਜਾਏ ਨੇ ਜੀ, ਲੇਕਿਨ ਕੈਪਟਨ ਦੀ ਕੋਠੀ ਨਹੀਂ ਗਏ। ਤੇ ਰਿਵੋਲਟ ਅੱਜ ਸ਼ੁਰੂ ਹੋਇਆ ਉਹਨਾਂ ਦੇ ਖਿਲਾਫ। ਅੱਛਾ ਜੀ। ਜਿਹੜੇ ਬ੍ਰਹਮ ਮਹਿੰਦਰਾ ਉਹਨਾਂ ਨੇ ਕਹਿਤਾ ਵੀ ਇਸ ਗੱਲ ਦਾ ਅਸੀਂ ਸਵਾਗਤ ਕਰਦੇ ਵੀ ਚਲੋ ਹਾਈ ਕਮਾਂਡ ਨੇ ਸਿੱਧੂ ਸਾਹਿਬ ਦੇ ਸਿਰ ਤੇ ਤਾਜ ਰੱਖਦਾ ਪ੍ਰਧਾਨਗੀ ਦਾ, ਜੀ ਆਇਆਂ ਨੂੰ। ਲੇਕਿਨ ਜਿੰਨਾ ਚਿਰ ਤੱਕ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਆਪਣੇ ਕੀਤੇ ਹੋਏ ਟਵੀਟਸ ਦੀ ਮਾਫੀ ਨਹੀਂ ਮੰਗ ਲੈਂਦੇ, ਉਹਨਾਂ ਚਿਰ ਅਸੀਂ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ, ਉਹਨਾਂ ਚਿਰ ਬਿਲਕੁਲ ਨਹੀਂ ਮਿਲਾਂਗੇ ਜੀ। ਜੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਤੇ ਮੈਂ ਸੋਚਦਾ ਵੀ ਇਹ ਰਿਵੋਲਟ ਹੀ ਕਹਿ ਸਕਦੇ, ਹੋਰ ਕਿਸੇ ਰਿਵੋਲਟ ਸ਼ੁਰੂ ਹੋ ਗਿਆ ਉਹਨਾਂ ਦਾ। ਮਨਪ੍ਰੀਤ ਬਾਦਲ ਗਏ ਹੀ ਨਹੀਂ, ਉਹ ਆਪਦੇ ਇਲਾਕੇ 'ਚ ਫਿਰਦੇ। ਮਨਪ੍ਰੀਤ ਗਏ ਨਹੀਂ, ਬਾਦਲ ਗਏ ਨਹੀਂ ਆਪਣੇ। ਚਲੋ ਮਨਪ੍ਰੀਤ ਤੇ ਹੈ ਹੀ ਸਾਇਲੈਂਟ ਹੈ ਨਾ, ਉਹ ਤੇ ਬੋਲ ਹੀ ਨਹੀਂ ਰਿਹਾ, ਨਾ ਉਹਨੇ ਬੋਲਣਾ, ਉਹਦੀ ਫਿਤਰਤ ਹੀ ਹੁੰਦੀ ਹੈ ਵੀ ਬੋਲੋ ਹੀ ਨਾ। ਚੰਗੀ ਗੱਲ, ਵੱਡੇ ਬਾਦਲ ਸਾਹਿਬ ਚੰਗੀ ਗੱਲ ਬਿਲਕੁਲ ਵੱਡੇ ਬਾਪੂ ਕੋਲ ਲਿਆ ਉਹਨਾਂ ਨੇ ਇਹ ਗੁਰ ਲਿਆ ਵੀ ਬੋਲਣਾ ਹੀ ਨਹੀਂ ਗਾ। ਆਪਾਂ ਜੇ ਬੋਲੇ ਤੇ ਕੋਈ ਨਾ ਕੋਈ ਮਾੜੀ ਗੱਲ ਨਿਕਲ ਜਾਂਦੀ ਤੇ ਅਸਰ ਮਾੜੇ ਨਿਕਲਦੇ। ਇਸ ਕਰਕੇ ਹੁਣ ਰਿਵੋਲਟ, ਪਹਿਲਾਂ ਰਿਵੋਲਟ ਕੀਤਾ ਵਾ ਬ੍ਰਹਮ ਮਹਿੰਦਰਾ ਨੇ ਜੀ, ਲੇਕਿਨ ਉਹਦੇ ਉੱਤੇ ਟਿੱਪਣੀ ਕਿਹਨੇ ਕੀਤੀ ਸੀ ਜੀ? ਜਿਹੜਾ ਪ੍ਰਗਟ ਸਿੰਘ ਸੀ ਉਹਨੇ ਕਿਹਾ ਸੀ ਵੀ ਨਵਜੋਤ ਨੂੰ ਕੋਈ ਹਿਚਕਚਾਹਟ ਨਹੀਂ ਮਾਫੀ ਮੰਗਣ ਦੀ, ਲੇਕਿਨ ਨਵਜੋਤ ਨੇ ਕੋਈ ਵੀ ਕੈਪਟਨ ਅਮਰਿੰਦਰ ਸਿੰਘ ਦੀ ਆਨ ਤੇ ਸ਼ਾਨ ਦੀ ਗੱਲ ਖਿਲਾਫ ਨਹੀਂ ਗੱਲ ਕੀਤੀ। ਉਹਨੇ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਦੀ ਗੱਲ ਕੀਤੀ ਜਿਹੜੇ ਅਸੀਂ ਵਾਅਦੇ ਕੀਤੇ ਸੀ। ਜੇ ਉਹਨੂੰ ਕਹਿੰਦੇ ਵੀ ਉਹਦੀ ਟਿੱਪਣੀ ਕੀਤੀ ਹੈ ਤੇ ਮਾਫੀ ਮੰਗਣ ਦਾ ਕੋਈ ਡਰ ਨਹੀਂ, ਲੇਕਿਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਸੀ ਪਹਿਲਾਂ ਪੰਜਾਬ ਦੇ ਲੋਕਾਂ ਕੋਲ ਮਾਫੀ ਮੰਗਣ ਕਿ ਉਹਨਾਂ ਨੇ ਵਾਅਦੇ ਕਿਉਂ ਨਹੀਂ ਪੂਰੇ ਕੀਤੇ ਹੋਣ ਜੀ। ਦੂਜੇ ਪਾਸੇ ਤ੍ਰਿਪਤ ਰੰਜਨ ਜਿਹੜੇ ਬਾਜਵਾ ਨੇ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ। ਉਹਨਾਂ ਨੇ ਇੰਨੀ ਗੱਲ ਕਹੀ ਵੀ ਵੇਖੋ, ਜੇ ਪ੍ਰਤਾਪ ਸਿੰਘ ਬਾਜਵੇ ਨੇ ਬੜੀਆਂ ਕਰਾਰੀਆਂ ਚਿੱਠੀ ਲਿਖੀਆਂ ਕੈਪਟਨ ਅਮਰਿੰਦਰ ਸਿੰਘ ਜੀ, ਜੇ ਉਹ ਯਾਰੀ ਪੈ ਸਕਦੀ ਹੈ, ਨਾਲ ਬਹਿ ਕੇ ਚਾਹ ਦੀਆਂ ਚੁਸਕੀਆਂ ਲੈ ਸਕਦੇ ਹੋ, ਜਾਂ ਤੇ ਪਹਿਲਾਂ ਉਹ ਮਾਫੀ ਮੰਗਣ। ਉਹਨਾਂ ਕੋਲ ਮਾਫੀ ਮੰਗਾ ਲਓ, ਕੈਪਟਨ ਨਵਜੋਤ ਵੀ ਮੰਗ ਲੂਗਾ ਜੀ। ਲੇਕਿਨ ਮੈਂ ਸੋਚਦਾ ਵੀ ਕੈਪਟਨ ਅਮਰਿੰਦਰ ਸਿੰਘ ਹੋਰੀ ਇੱਥੇ ਗਲਤੀ ਕਰ ਰਹੇ। ਉਹਨਾਂ ਦੀ ਇੱਕ ਡਿਊਟੀ ਬਣਦੀ ਸੀ, ਉਹ ਕਹਿ ਦਿੰਦੇ ਵੀ ਚਲੋ ਮੇਰੇ ਬੱਚਿਆਂ ਵਰਗਾ ਜੀ। ਕਹਿੰਦੇ ਵੀ ਪਹਿਲਾਂ ਮੇਰੇ ਬੱਚਾ ਜੀ, ਮੇਰਾ ਬਿਲਕੁਲ ਬਿਲਕੁਲ ਭਤੀਜ ਆ ਮੇਰਾ, ਕਹਿੰਦੇ ਸਾਡੀ ਬੱਚਾ ਕਹਿੰਦੇ ਭਤੀਜ ਬੱਚਾ ਕਹਿੰਦੇ ਰਹਿੰਦੇ। ਮੇਰੇ ਫਾਦਰ ਨਾਲ ਮੇਰੇ ਬੜੀ ਵਾਰ ਲਿੰਕ ਸੀ। ਮੈਂ ਤੁਹਾਨੂੰ ਛੋਟਾ ਜਿਹਾ ਪਿੱਛੇ ਨਾ ਚੱਲਦਾ ਐਗਜ਼ਾਮਪਲ ਦੇ ਕੇ ਜੀ, ਗੁਡਾਈ ਕੀ ਹੁੰਦੀ ਹੈ। ਇੱਕ ਵਾਰੀ RN ਭਾਟੀਆ ਉਦੋਂ MP ਸਨ ਤੇ ਜਿਹੜੇ ਸੋਨੀ OP ਸੋਨੀ ਸੀ ਇਹ ਹੈਗੇ ਸੀ MLA, ਤੇ ਇਹਨਾਂ ਦੀ ਆਪਸ ਵਿੱਚ ਲੱਗਦੀ ਬਹੁਤ ਜ਼ਿਆਦਾ ਸੀ ਜੀ। ਚੰਡੀਗੜ੍ਹ 'ਚ ਇੱਕ ਮੀਟਿੰਗ ਹੋਣੀ ਸੀ, ਉਹ ਮੀਟਿੰਗ ਦੇ ਵਿੱਚ ਜਿਹੜਾ ਸੀ ਉਹ ਇਹਨਾਂ ਦੀ ਤੂੰ ਮੈਂ ਹੋ ਗਈ, ਮਾੜੀ ਮੋਟੀ ਤਤਕਾਰ ਹੋ ਗਿਆ ਤੇ ਇਹਨੇ ਚਪੇੜ ਮਾਰਤੀ ਭਾਟੀਆ ਨੇ। ਅੱਛਾ ਜੀ। ਚਪੇੜ ਮਾਰਨ ਤੋਂ ਬਾਅਦ ਅਖਬਾਰਾਂ ਛਪ ਗਿਆ ਤੇ ਮੁੜ ਕੇ ਅੰਮ੍ਰਿਤਸਰ ਵਿੱਚ ਕਹਿਤਾ ਵੀ ਮੈਂ ਬੜੀ ਕਰਾਰੀ ਚਪੇੜ ਮਾਰੀ ਹੈ। ਅਸੀਂ ਉੱਠ ਕੇ ਭਾਟੀਆ ਸਾਹਿਬ ਚਲੇ ਗਏ ਵੀ ਇੱਦਾਂ ਗੱਲ ਅੱਜ ਕੋਈ ਜੀ ਮੇਰਾ ਪੁੱਤਰ ਫਿਰ ਕੀ ਮਾਰ ਲਈ। ਇੰਨੀ ਗੱਲ ਕਹਿਣ ਦੇ ਨਾਲ ਅਗਲੇ ਦਿਨ ਆਪਣੇ ਬਿਆਨ ਸਾਰੇ ਸੋਨੀ ਸਾਹਿਬ ਨੂੰ ਵਾਪਸ ਲੈਣੇ ਪਏ ਸੀ
ਜੀ। ਇਸ ਕਰਕੇ ਉਹ ਫਰਾਖਦਲੀ ਜਿਹੜੀ ਰੱਖੀ ਸੀ ਆਨੰਦ ਭਾਟੀਏ ਹੋਰਾਂ ਨੇ, ਜੇ ਉਹ ਫਰਾਖਦਲੀ ਕਿਤੇ ਥੋੜੀ ਜਿਹੀ ਕੈਪਟਨ ਸਾਹਿਬ ਵਿਖਾ ਦਿੰਦੇ ਤੇ ਮੈਂ ਸੋਚਦਾ ਵੀ ਕੋਈ ਗੱਲ ਨਹੀਂ ਸੀਗੀ, ਨਾ ਕੋਈ ਵਿਵਾਦ ਹੁੰਦਾ ਨਾ ਗੱਲ ਹੁੰਦੀ, ਤੇ ਏਡਾ ਨਕਾਮਾ ਸਿੱਧੂ ਨਹੀਂ ਹੈਗਾ ਵੀ ਇਸ ਨਾ ਜਾਂਦਾ, ਵੀ ਸਿੱਧਾ ਉਹਨਾਂ ਨੇ ਪਹਿਲਾਂ ਉਹਨਾਂ ਦੇ ਘਰ ਜਾਣਾ ਸੀ ਅਸ਼ੀਰਵਾਦ। ਤੁਹਾਨੂੰ ਪਤਾ ਹੋਏਗਾ ਵੀ ਜਦੋਂ ਇਹ ਪਹਿਲੀ ਵਾਰੀ ਮੈਂ ਆਇਆ ਸੀ ਕਾਂਗਰਸ ਸ਼ਾਮਲ ਹੋਇਆ ਸੀਗਾ ਜੀ ਜੀ, ਤੇ ਇਹਨੇ ਕਿਹਾ ਸੀ ਡੈਡੀ ਜੀ ਪੈਰੀ ਪੈਨੇ, ਕੈਪਟਨ ਸਾਹਿਬ ਨੂੰ ਡੈਡੀ ਜੀ ਪੈਰੀ ਪੈਨੇ। ਉਸ ਟਾਈਮ ਤੇ ਵੱਡੇ ਬਾਦਲ ਸਾਹਿਬ ਨੇ ਇੱਕ ਟਿੱਪਣੀ ਕੀਤੀ ਸੀ ਜੀ, ਉਹਨਾਂ ਕਿਹਾ ਸੀ ਵੀ ਸਿੱਧੂ ਜਿਹੜਾ ਵਾ ਇਹ ਮੈਨੂੰ ਬਾਪੂ ਕਹਿੰਦਾ ਹੁੰਦਾ ਸੀ, ਪੈਰੀ ਪੈਣੇ ਕਹਿੰਦਾ ਹੁੰਦਾ ਸੀ ਜੀ, ਤੇ ਹੁਣ ਵੇਖੋ ਜਿਹੜੀ ਕੁਰਸੀ ਆ ਉਹ ਕੀ ਕੁਛ ਕਰਾ ਦਿੰਦੀ ਹੈ। ਕੁਰਸੀ ਹੈ ਜੀ, ਹੈ ਇਹ ਤਾਂ ਵੱਡੇ ਵੱਡੇ, ਮੇਰੀ ਗੱਲ ਸੁਣੋ, ਜੇ ਆਪਾਂ ਦਿੱਲੀ ਦੇ ਰਾਜਿਆਂ ਦੀ ਗੱਲ ਕਰ ਲਈਏ, ਉਹਨਾਂ ਨੇ ਤਾਂ ਬਾਪੂ ਨਹੀਂ ਬਖਸ਼ੇ ਆਪਦੇ, ਨਹੀਂ ਬਖਸ਼ੇ ਜੀ ਜੀ ਜੀ। ਹੁਣ ਸਿੱਧੂ ਸਾਹਿਬ ਤੇ ਚਲੋ ਅੰਮ੍ਰਿਤਸਰ ਆ ਗਏ, ਲੇਕਿਨ ਪਟਿਆਲੇ ਦੇ ਵਿੱਚ ਜਿਹੜੇ ਨੌਜਵਾਨ ਆ ਉਹਨਾਂ ਦੀਆਂ ਟੀ ਸ਼ਰਟਾਂ ਜਿਹਦਾ ਅਗਲੇ ਪਾਸੇ ਵੀ ਸਿੱਧੂ ਦੀ ਤਸਵੀਰ ਤੇ ਪਿਛਲੇ ਪਾਸੇ ਸਿੱਧੂ ਦੀ ਤਸਵੀਰ ਆ, ਉਹ ਪਾ ਕੇ ਘੁੰਮ ਰਹੇ ਨੇ ਇੰਨੀ ਜਲਦੀ, ਮਿੰਟੋ ਮਿੰਟੀ ਦੇਖੋ ਟੀ ਸ਼ਰਟਾਂ ਵੀ ਆ ਗਈਆਂ ਬਾਜ਼ਾਰ ਦੇ। ਇਸ ਕਰਕੇ ਸਿੱਧੂ ਸਾਹਿਬ ਦਾ ਸਤਿਕਾਰ ਤੇ ਮਿਲਿਆ ਬਹੁਤ ਜ਼ਿਆਦਾ। ਹੁਣ ਅੱਜ ਇੱਥੇ ਅੰਮ੍ਰਿਤਸਰ ਲੋਕਾਂ ਨੇ ਢੋਲ ਢਮੱਕੇ ਨਾਲ, ਬੁਰੇ ਨਾਅਰੇਬਾਜ਼ੀ ਨਾਲ, ਸਰੋਪੇ, ਕਈਆਂ ਨੇ ਰੇਜ਼ੇ ਪਾਏ ਗਲ ਦੇ ਜਿਹੜੀਆਂ ਫੁਲਕਾਰੀਆਂ ਹੁੰਦੀਆਂ, ਕਈਆਂ ਨੇ ਉਹ ਜਿਹੜੇ ਸੀ ਹਾਰ ਪਾਏ, ਉਹਨਾਂ ਉੱਤਰ ਕੇ ਫਿਰ ਸਾਰਿਆਂ ਨੇ ਹੱਥ ਮਿਲਾਇਆ, ਫਿਰ ਉਹ ਆਪਣੇ ਘਰ ਗਏ। ਪੂਰੇ ਢੋਲ ਵੱਜੇ ਨੇ, ਬੈਂਡ ਬਾਜੇ ਵੱਜੇ ਨੇ, ਪੂਰਾ ਸਵਾਗਤ ਕੀਤਾ। ਇਸੇ ਤਰੀਕੇ ਨਾਲ ਉਦੋਂ ਸਵਾਗਤ ਕੀਤਾ ਗਿਆ ਸੀ ਮਨਪ੍ਰੀਤ ਸਿੰਘ ਬਾਦਲ ਦਾ ਜੀ, ਜਿਹਨੇ ਖਟਕੜ ਕਲਾਂ ਵੇਖੇ ਸ਼ਹੀਦਾਂ ਦੀ ਮਿੱਟੀ ਨੂੰ ਮੱਥੇ ਨੂੰ ਲਾਉਂਦਿਆਂ ਕਿਹਾ ਸੀ ਵੀ ਮੈਂ ਕਿਸੇ ਸਿਆਸੀ ਪਾਰਟੀ ਦੇ ਵਿੱਚ ਨਹੀਂ ਜਾਊਂਗਾ। 2012 ਦੇ ਵਿੱਚ ਫਿਰ ਇਹਨਾਂ ਨੇ ਇਹਨਾਂ ਨੇ ਫਿਰ ਜਿਹੜੀ ਇਲੈਕਸ਼ਨ ਲੜੀ ਸੀ, ਤੁਹਾਨੂੰ ਪਤਾ ਹੀ ਹੈ, ਉਹ ਇਲੈਕਸ਼ਨ ਜੋ ਲੜੀ ਸੀ ਵੀ ਸਾਂਝਾ ਮੋਰਚਾ ਬਣਾਇਆ ਸੀ, ਅਕਾਲੀ ਦਲ ਲੋਂਗੋਵਾਲਾ ਤੇ ਕਮਿਊਨਿਸਟ ਨੇ ਹੁੰਦਾ ਕੀਤਾ ਸੀ, ਸਿਰਫ 6% ਵੋਟ ਮਿਲੀ ਸੀ ਉਹਨਾਂ ਨੂੰ ਜੀ ਜੀ। 2014 ਸ਼ਾਇਦ ਕਾਂਗਰਸ ਅਲਾਇੰਸ ਕਰਕੇ ਇਲੈਕਸ਼ਨ ਲੜੀ ਸੀ ਤੇ ਮੁੜ ਕੇ ਬਠਿੰਡੇ ਤੋਂ ਹਾਰ ਗਏ ਸੀ, ਤੇ ਫਿਰ ਕਾਂਗਰਸ ਹੀ ਮਰਜ ਕਰਤੀ ਸੀ ਆਪਣੀ ਸਾਰੀ ਪਾਰਟੀ। ਬਿਲਕੁਲ ਬਿਲਕੁਲ, ਉਹ ਤਾਂ ਜਦੋਂ ਲੋਕ ਸਭਾ ਮਰਜ ਕਰਦੀ ਹੈ। ਹੁਣ ਕੈਪਟਨ ਉਸੇ ਤਰੀਕੇ ਨਾਲ ਜਿਹੜੇ ਸਾਡੇ ਮਾਨਯੋਗ ਹੈਗੇ ਨੇ ਸਿੱਧੂ ਸਾਹਿਬ, ਉਹਨਾਂ ਦਾ ਵੀ ਫਿਦਰਤ ਉਸੇ ਦੇ ਕੰਮ ਉਸੇ ਦੇ ਚੱਲ ਰਿਹਾ ਵਾ, ਲੇਕਿਨ ਇਹਨਾਂ ਦਾ ਤੇ ਉਹਨਾਂ ਦਾ ਫਰਕ ਹੈ ਵੀ ਇਹ ਥੋੜੇ ਜਿਹੇ ਪਾਰਟੀ ਨੂੰ ਸੰਬੰਧਤ ਨੇ। ਉਹਨਾਂ ਦੀ ਪਾਰਟੀ ਛੋਟੀ ਸੀ, ਕੰਮ ਉਹਨਾਂ ਵੱਡੇ ਕਰ ਲਏ ਸੀ, ਮੁੜ ਕੇ ਫਿਰ ਬੈਕ ਮਾਰਨੀ ਪਈ। ਅੱਜ ਉਹ ਬਿਲਕੁਲ ਚੁੱਪ ਨੇ, ਉਹ ਸਮਾਂ ਵੇਖਣਗੇ ਕਿਹੜੇ ਪਾਸੇ ਨੂੰ ਜਾਣਾ, ਜਿਸ ਪਾਸੇ ਨੂੰ ਪਾਣੀ ਨਿਮਾਣ ਹੋਊਗਾ ਨਾਲ ਹੀ ਚੜ ਜਾਣਗੇ ਉਸ ਪਾਸੇ। ਲੇਕਿਨ ਸਿੱਧੂ ਸਾਹਿਬ ਵਾਸਤੇ ਇੱਕ ਬੜਾ ਤਕੜਾ ਚੈਲੰਜ ਆ, ਬਹੁਤ ਵੱਡਾ ਚੈਲੰਜ ਆ ਗਿਆ ਜੀ, ਬਹੁਤ ਵੱਡਾ, ਕਿਉਂਕਿ ਪਹਿਲਾਂ ਤਾਂ ਗੱਲਾਂ ਹੋਰ ਸੀ ਨਾ, ਹੁਣ ਤਾਂ ਕੁਰਸੀ ਤੇ ਬਹਿ ਗਏ ਨੇ, ਕੁਰਸੀ ਤੇ ਦੂਜੇ ਪਾਸੇ ਖੜ ਕੇ ਗੱਲ ਕਰਨੀ ਹੋਰ ਹੁੰਦੀ ਹੈ, ਕੁਰਸੀ ਤੇ ਬਹਿ ਕੇ ਗੱਲ ਕਰਨੀ ਹੋਰ ਹੁੰਦੀ ਹੈ। ਤੇ ਰਸਤੇ ਦੇ ਵਿੱਚ ਅਵਤਾਰ ਹੈਨਰੀ ਦਾ ਪੈਟਰੋਲ ਪੰਪ ਸੀ ਜਲੰਧਰ, ਉੱਥੇ ਵੀ ਰੁਕੇ ਨੇ। ਪ੍ਰਗਟ ਸਿੰਘ ਹੋਰਾਂ ਬੜਾ ਗਰਮ ਜੁੱਤੀਆਂ ਸਵਾਗਤ ਕੀਤਾ ਇਹਨਾਂ ਦਾ, ਹੈਨਰੀ ਪਰਿਵਾਰ ਨੇ ਕੀਤਾ, ਹੋਰ ਵਿਧਾਇਕਾਂ ਨੇ ਕੀਤਾ। ਅੱਜ ਵੀ ਉਹਨਾਂ ਨਾਲ 2-4 ਮੰਤਰੀ ਨਾਲ ਨੇ, ਕੁਛ MLA ਨਾਲ ਨੇ। ਤੇ ਜੇ ਉਹ ਕਹਿੰਦੇ ਪਹਿਲੇ ਜਿਹੜੇ 57 MLA ਨੂੰ ਮਿਲਣਾ ਸੀਗਾ, ਮਿਲਣਾ ਇੱਕ ਵੱਖਰੀ ਗੱਲ ਆ, ਉਹਨਾਂ ਦੀ ਸਿਫਤੀ ਹਾਸਲ ਦੀ ਵੱਖਰੀ ਗੱਲ ਆ। ਜਦੋਂ ਤ੍ਰਿਪਤ ਰਜਿੰਦਰ ਬਾਜਵੇ ਦੇ ਘਰ ਦੇ ਵਿੱਚ ਕਰੀਬ 35 MLA ਤੇ 5-6 ਮੰਤਰੀ ਨਾਲ ਸਨ, ਤੇ ਦੂਜੇ ਪਾਸੇ ਕੈਪਟਨ ਦੇ ਘਰ ਗਿਣਤੀ ਦੇ 13 ਬੰਦੇ ਸੀ, 2-3 ਮੰਤਰੀ ਸੀ ਤੇ ਬਾਕੀ MLA ਸੀ, ਕੁਝ ਆਪਣੇ ਬੰਦੇ ਸੀ। ਇਸੇ ਕਰਕੇ ਹਾਈ ਕਮਾਂਡ ਜਿਹੜੀ ਹੈ ਕਾਂਗਰਸ ਇੱਕ ਫਿਦਰਤ ਆ, ਜਿਹਦੀ ਹਾਈ ਕਮਾਂਡ ਜਦੋਂ ਹੁਕਮ ਕਰ ਦਿੰਦੀ ਹੈ ਨਾ, ਫਿਰ ਸਾਰੇ ਹੀ ਉਹਦੇ ਥਾਲੀ ਦੇ ਬਤੋਂ ਮੁੜ ਜਾਂਦੇ ਆ। ਬਿਲਕੁਲ ਬਿਲਕੁਲ, ਉਦੋਂ ਨੂੰ ਰਿੜ ਜਾਂਦੇ ਸਾਰੇ ਮੁੜ ਕੇ। ਤੇ ਹੁਣ ਰਿੜ ਰਹੇ ਨੇ। ਤੇ ਸਿੱਧੂ ਸਾਹਿਬ ਵਾਸਤੇ ਚੈਲੰਜ ਆ, ਇਹ ਉਸਤਰਿਆਂ ਦੀ ਮਾਲਾ ਵਾ, ਕੰਡਿਆਂ ਦਾ ਤਾਜ ਆ। ਜੇ ਕਿਤੇ ਇਹ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਜੋ ਵਾਅਦੇ ਕੀਤੇ ਪੂਰੇ ਨਾ ਉਤਰੇ, ਤੇ ਫਿਰ ਉਮੀਦ ਆ ਕਿ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਕੋਈ ਹੋਰ ਰਸਤਾ ਲੱਭਣਗੇ। ਇਹਦੇ ਨਾਲ ਮੈਂ ਇੱਕ ਗੱਲ ਹੋਰ ਕਰਦੇ ਆ ਜੀ, ਸਿੱਧੂ ਸਾਹਿਬ ਨੇ ਇਸ਼ਾਰਾ ਕੀਤਾ ਸੀ ਕੱਲ ਵੀ ਅਸੀਂ ਇਮੀਡੀਏਟਲੀ ਕਾਰਵਾਈ ਕਰਾਂਗੇ ਨਸ਼ਿਆਂ ਦੇ ਉੱਤੇ। ਜੇ ਨਸ਼ਿਆਂ ਤੇ ਕਾਰਵਾਈ ਕਰਦੇ ਤੇ ਪਹਿਲਾ ਨੁਕਤਾ ਉਹਨਾਂ ਦਾ ਪਹਿਲਾ ਕੰਮ ਹੋਏਗਾ, ਜਿਹੜੀਆਂ 2 ਰਿਪੋਰਟਾਂ ਹਾਈਕੋਰਟ ਚ ਪਈਆਂ ਨੇ, ਹਾਈਕੋਰਟ ਚ ਰਿਪੋਰਟ ਕਿਹੜੀ ਪਈ ਆ ਜੀ, ਇੱਕ ਚਟੋਪਾਧਿਆ ਜਿਹੜੀ DGP ਸੀ ਉਹਨਾਂ ਨੇ ਇੱਕ ਕੀਤੀ ਸੀ ਨਸ਼ਿਆਂ ਦੀ, ਇੱਕ ਕੀਤੀ ਸੀ ਹਰਪ੍ਰੀਤ ਸਿੱਧੂ ਨੇ ਜੀ। ਬਿਲਕੁਲ, ਜੇ ਉਹ ਰਿਪੋਰਟਾਂ ਦੋਵੇਂ ਖੁੱਲਦੀਆਂ ਤੇ ਉਹਨਾਂ ਦੇ ਵਿੱਚ ਇੱਕ ਪੰਜਾਬ ਦਾ ਮੱਝ ਦਾ ਜਰਨੈਲ 35 ਸੱਟੇ ਕਾਬੂ ਹੋਣਾ। ਜੇ ਉਹ ਕਾਬੂ ਆ ਜਾਂਦਾ ਵਾ
ਤੇ ਫਿਰ ਇੱਕ ਵਾਰੀ ਜਿਹੜੀ ਝਟਕਾ ਲੱਗੇਗਾ ਉਸ ਪਾਰਟੀ ਨੂੰ। ਲੇਕਿਨ ਅਸੀਂ ਇਹ ਨਹੀਂ ਦਾਅਵਾ ਕਰਦੇ ਕਿ ਉਹ ਕਦੋਂ ਖੁੱਲਣਗੇ, ਕਿਹਦਾ ਝਟਕਾ ਕਿਹਨੂੰ ਲੱਗੇਗਾ। ਹਾਂਜੀ, ਕਿਹਨੂੰ ਝਟਕਾ? ਜੀ ਜੀ, ਝਟਕੇ ਤਾਂ ਲੱਗਣੇ, ਪਰ ਬੀਬੀ ਜਗੀਰ ਕੌਰ ਨੂੰ ਝਟਕਾ ਜ਼ਰੂਰ ਲੱਗ ਗਿਆ। ਬੀਬੀ ਜਗੀਰ ਕੌਰ ਨੂੰ ਇਸ ਟੌਪਿਕ ਤੇ ਬੋਲਣਾ ਨਹੀਂ ਸੀ ਚਾਹੀਦਾ। ਜੇ ਉਹਨਾਂ ਨੂੰ ਅੱਜ ਸਵਾਲ ਪੁੱਛ ਲਿਆ ਜੀ ਕਿ ਭਾਈ ਬੀਬੀ ਜੀ ਦੱਸ ਦਿਓ ਤੁਸੀਂ ਕਿ ਸਿੱਧੂ ਸਾਹਿਬ ਪ੍ਰਧਾਨ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ, ਤੇ ਉਹ ਕਹਿਣ ਲੱਗੀ ਵੀ ਜੇ ਸਿੱਧੂ ਪ੍ਰਧਾਨ ਬਣ ਗਿਆ, ਜਿਹੜੇ ਕਾਂਗਰਸ ਦੇ ਗੁਨਾਹ ਕੀਤੇ ਉਹ ਬਖਸ਼ੇ ਜਾਣਗੇ। 203 ਕਾਂਗਰਸ ਹੋ ਗਈ ਜੀ। ਸਿੱਧੂ ਪ੍ਰਧਾਨ ਬਣ ਗਿਆ ਤੇ ਫਿਰ ਕਿਹੜੀ ਧੁੱਪ ਚੱਲ ਜੂ ਇੱਥੇ। ਮਤਲਬ ਉਹਨੂੰ ਇਹ ਕਹਿਣਾ ਚਾਹੀਦਾ ਸੀ, ਵੇਖੋ ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਕੰਮ, ਅਸੀਂ ਕੋਈ ਦਖਲਅੰਦਾਜ਼ੀ ਨਹੀਂ ਕਰਦੇ। ਉਹ ਜਾਣੇ ਉਹਦਾ ਕੰਮ ਜਾਣੇ ਜੀ। ਲੇਕਿਨ ਬੀਬੀ ਜੀ ਨੂੰ ਹੁੰਦਾ ਵੀ ਕੋਈ ਕੰਟਰੋਵਰਸੀ ਬਿਆਨ ਦੇ ਕੇ 4 ਦਿਨ ਅਖਬਾਰਾਂ ਚ ਅੱਜ ਇਹਨਾਂ ਬਿਆਨ ਦਿੱਤਾ, ਕੱਲ ਉਹਨਾਂ ਦੇ ਖਿਲਾਫ ਹੋਊਗਾ, ਪਰਸੋਂ ਇਹ ਦਿਨ ਕਿ ਚੌਥੇ ਦੇ ਖਿਲਾਫ ਹੋਊਗੀ, ਘੱਟੋ ਘੱਟ ਅਖਬਾਰਾਂ ਚ ਰਹਿਣਗੇ। ਉਦਾਂ ਇੱਕ ਦਿਨ ਬਿਆਨ ਛਪਣਾ, ਮੁੜ ਕੇ ਛਪਣਾ ਨਹੀਂ ਸੀਗਾ ਜੀ। ਲੇਕਿਨ ਬੀਬੀ ਜੀ ਨੇ ਸਿੱਧੂ ਸਾਹਿਬ ਤੇ ਟਿੱਪਣੀ ਕੀਤੀ ਹੈ ਕਿ ਉਹ ਕਿਤੇ ਵੀ ਟਿਕਿਆ ਨਹੀਂ, ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਬੀਜੇਪੀ ਹੋਵੇ, ਜਿਹੜੀ ਮਰਜ਼ੀ ਪਾਰਟੀ ਹੋਵੇ, ਤੇ ਟਿਕਣਾ ਉਹਨੇ ਇੱਥੇ ਵੀ ਨਹੀਂ। ਅਕਾਲੀ ਦਲ ਚ ਤਾਂ ਮੇਰੇ ਖਿਆਲ ਗਏ ਹੀ ਨਹੀਂ ਨਵਜੋਤ ਸਿੰਘ ਸਿੱਧੂ। ਨਹੀਂ ਗਿਆ ਨਹੀਂ, ਨਾਲ ਅਲਾਇੰਸ ਤੇ ਹੈਗਾ ਸੀ ਨਾ ਉਦੋਂ। ਤੇ ਭਾਜੀ ਕਹਿੰਦਾ ਸੀ ਸੁਖਬੀਰ ਭਾਜੀ ਤੇ ਮਜੀਠਾ ਭਾਜੀ, ਉਦੋਂ ਤਾਂ ਬੜੀ ਦੋਸਤੀ ਸੀ ਆਪਸ ਵਿੱਚ ਇਹਨਾਂ ਦੀ। ਹਾਂਜੀ ਹਾਂਜੀ, ਤਾਂ ਇਹ ਤਾਂ ਗੱਲ ਕਹਿੰਦਾ ਹੁੰਦਾ ਸੀ ਨਾ ਵੀ ਮੈਨੂੰ ਉਹ ਵੀ ਮਜੀਠਾ ਸਾਹਿਬ ਦੀ ਛੇੜ ਜੀ ਲਾ ਕੇ ਗੱਲ ਜੀ ਕਰਦੇ ਹੁੰਦੇ ਸੀ। ਹਾਂਜੀ ਹਾਂਜੀ ਹਾਂਜੀ। ਚਲੋ ਆਗੇ ਆਗੇ ਦੇਖੋ ਹੋਤਾ ਹੈ ਕਿਆ। ਬੀਬੀ ਜਗੀਰ ਕੌਰ ਨੇ ਇੱਕ ਆਪਾਂ ਹੋਰ ਗੱਲ ਨਾਲ ਕਰ ਲਈ, ਆਪਾਂ ਕਰੋ ਜੀ, ਕਰੋ ਕਰੋ ਕਰੋ। ਦਰਬਾਰ ਸਾਹਿਬ ਦੇ ਵਿੱਚ ਗ੍ਰੰਥੀ ਭਰਤੀ ਕਰਨ ਦੀ ਗੱਲ ਕੀਤੀ। ਗ੍ਰੰਥੀ ਭਰਤੀ ਕਰਨ ਦੀ ਇੱਕ ਮਰਿਆਦਾ ਹੁੰਦੀ ਹੈ, ਤੇ ਮਰਿਆਦਾ ਇਹ ਸਭ ਪੂਰੀ ਤਰ੍ਹਾਂ ਛਿੱਕੇ ਟੰਗ ਕੇ ਭਰਤੀ ਕੀਤੀ ਜਾਂਦੀ ਵੀ ਜਦੋਂ ਕੋਈ ਇੰਟਰਵਿਊ ਹੁੰਦੀ ਆ, ਬਕਾਇਦਾ ਤੌਰ ਤੇ ਇੱਕ ਬੋਰਡ ਬਣਦਾ ਜੀ, ਉਹ 'ਚ ਵਿਦਵਾਨ ਵੀ ਹੁੰਦੇ, ਉਹ 'ਚ ਧਾਰਮਿਕ ਵਿਅਕਤੀ ਵੀ ਹੁੰਦੇ ਆ, ਤੇ ਬਕਾਇਦਾ ਤੌਰ ਤੇ ਗ੍ਰੰਥੀ ਭਰਤੀ ਕਰਨ ਤੋਂ ਧਾਰਮਿਕ ਸੰਸਥਾਵਾਂ ਜਿਹੜੀਆਂ ਸਿੱਖ ਦੀਆਂ ਉਹਨਾਂ ਨੂੰ ਪੱਤਰ ਲਿਖੇ ਜਾਂਦੇ ਜੀ ਵੀ ਤੁਹਾਡੇ ਕੋਲ ਕੋਈ ਕਾਬਲ ਵਿਅਕਤੀ ਹੈਗਾ ਤੇ ਅਸੀਂ ਗ੍ਰੰਥੀ ਭਰਤੀ ਕਰਨਾ, ਉਹਦਾ ਬਾਇਓਡਾਟਾ ਭੇਜੋ ਸਾਨੂੰ ਜੀ। ਉਹ ਭੇਜਦੇ ਨੇ ਵੀ ਸਾਡੇ ਕੋਲ ਫਲਾਣਾ ਬੰਦਾ ਹੈਗਾ। ਉਹ ਬਕਾਇਦਾ ਤੌਰ ਤੇ ਫਿਰ ਇੰਟਰਵਿਊ ਹੁੰਦੀ ਆ, ਇੰਟਰਵਿਊ ਹੁੰਦੀ ਆ ਅਕਾਲ ਤਖ਼ਤ ਦੇ ਭੋਰੇ ਦੇ ਵਿੱਚ। ਅੱਛਾ ਜੀ। ਉੱਥੇ ਬਕਾਇਦਾ ਤੌਰ ਤੇ ਪੱਥਰ ਛਾਪੇ ਵਾਲੀ ਬੀੜ ਲਿਆ ਕੇ ਰੱਖੀ ਜਾਂਦੀ ਹੈ। ਅੱਛਾ ਜੀ। ਉਹ ਬੀੜ ਕਿਹੜੀ ਹੁੰਦੀ ਹੈ? ਬੀੜ ਹੈ 2 ਪ੍ਰਕਾਰ ਦੀ। ਇੱਕ ਬੀੜ ਹੁੰਦੀ ਆ ਪਦ ਛੇਦ ਵਾਲੀ, ਇੱਕ ਹੁੰਦੀ ਹੈ ਲੜੀਵਾਰ ਜੀ। ਲੜੀਵਾਰੀ ਨੂੰ ਕਹਿੰਦੇ ਜਿੱਥੇ ਇੱਕੇ ਲਾਈਨ ਸਭ ਕੁਝ ਲਿਖਿਆ ਹੁੰਦਾ। ਹਾਂਜੀ ਹਾਂਜੀ, ਉਹ ਤੋੜਨਾ ਸਮਝਣਾ ਪੈਂਦਾ ਉਹਦੇ ਚੋਂ। ਹਾਂਜੀ, ਸਮਝਣਾ ਪੈਂਦਾ। ਉਹ ਇਹੀ ਪੜ੍ਹ ਸਕਦਾ ਜਿਹਨੇ ਪਹਿਲਾਂ ਚੰਗੀ ਤਰ੍ਹਾਂ ਰੱਖਿਆ ਹੋਵੇ, ਪੜ੍ਹਿਆ। ਦੂਜਾ ਨਹੀਂ ਪੜ੍ਹ ਸਕਦਾ। ਲੇਕਿਨ ਪਦ ਛੇਦ ਵਾਲੀ ਉਹ ਤੁਸੀਂ ਅਸੀਂ ਵੀ ਆਰਾਮ ਨਾਲ ਪੜ੍ਹ ਸਕਦੇ, ਉਹਦੀ ਕੋਈ ਏਡੀ ਪ੍ਰੋਬਲਮ ਨਹੀਂ ਹੈਗੀ। ਉਹ ਵੱਖੋ ਵੱਖਰੇ ਅੱਖਰ ਕੀਤੇ ਹੁੰਦੇ। ਉਹਦੇ ਤੇ ਬਕਾਇਦਾ ਤੌਰ ਤੇ ਬੰਦੇ ਦੀ ਪਰਸਨੈਲਿਟੀ ਵੇਖੀ ਜਾਂਦੀ ਆ। ਫਿਰ ਵੇਖਿਆ ਜਾਂਦਾ ਅੰਗ ਭੰਗਤ ਨਹੀਂ ਹੈਗਾ। ਮਤਲਬ ਜੇ ਕਿਸੇ ਦੇ ਅੰਗ 'ਚ ਕੋਈ ਨੁਕਸ ਆ ਤੇ ਉਹਨੂੰ ਭਰਤੀ ਨਹੀਂ ਕੀਤਾ ਜਾਂਦਾ, ਜਿੰਨਾ ਮਰਜ਼ੀ ਇੰਟੈਲੀਜੈਂਟ ਹੋਵੇ ਜੀ। ਫਿਰ ਬਕਾਇਦਾ ਤੌਰ ਤੇ ਇੱਕ ਵਿਅਕਤੀ ਨੂੰ 1 ਘੰਟੇ ਤੋਂ ਲੈ ਕੇ 4 ਘੰਟੇ ਤੱਕ ਸਮਾਂ ਲੱਗਦਾ, ਵੇਖਿਆ ਜਾਂਦਾ ਵੀ ਬੰਦਾ ਵਾਕਿਆ ਕਾਬਲ ਹੈਗਾ ਕਿ ਨਹੀਂ। ਉਹ ਬਹੁਤ ਲੈਂਦਾ ਇੰਟਰਵਿਊ ਦੀ ਜੀ। ਹੁਣ ਇਹਨਾਂ ਨੇ ਕੀ ਕੀਤਾ ਕਿ 2 ਬੰਦਿਆਂ ਦੀ ਇੰਟਰਵਿਊ ਜਿਹੜੀ ਲਈ ਆ, 2 ਜਿਹੜੇ ਇਹਨਾਂ ਦੇ ਹੈਗੇ ਸੀ ਖਾਸਮ ਖਾਸ, ਇਹਨਾਂ ਦੇ ਅਰਦਾਸੀ ਦਰਬਾਰ ਸਾਹਿਬ ਦੇ ਵਿੱਚ, ਉਹਨਾਂ ਦੀ ਇੱਕ ਦਿਨ ਪਹਿਲਾਂ ਇੰਟਰਵਿਊ ਲੈ ਲਈ ਹੈ ਜੀ। ਉਹਦੇ ਵਿੱਚ ਜਥੇਦਾਰ ਅਕਾਲ ਤਖ਼ਤ ਆ, ਜਥੇਦਾਰ ਕੇਸਗੜ੍ਹ ਸਾਹਿਬ ਆ, ਇੱਕ ਤਾਂ ਕੋਈ ਬੰਦਾ ਹੋਰ ਬੈਠਾ ਹੋਊ ਜੀ। ਉਹਨਾਂ ਦੀ ਇੰਟਰਵਿਊ 7 ਮਿੰਟ 'ਚ ਲੈ ਲਈ। ਅੱਛਾ, ਮਿੰਟ ਹੀ ਜਿਹਨੂੰ ਕਹਿੰਦੇ 5 ਮਾਰੇ ਹੈ। ਤੁਸੀਂ ਚੁਣੇਗਾ ਜੀ ਜਾਂ ਕੋਈ ਕਰੀ ਉਹਨਾਂ ਜਾ ਕੇ, ਉਹ ਕਹਿੰਦਾ ਮਿੰਟ ਹੀ 5 ਮਾਰੇ। ਬਿਲਕੁਲ, ਉਹਨਾਂ ਸਰੋਪੇ ਵੀ ਲੈ ਲਏ, ਉਹਨਾਂ ਜਾ ਕੇ ਪ੍ਰਸ਼ਾਦ ਵੀ ਕਰਾਤੇ ਵੀ ਸਾਡੀ ਜਿਹੜੀ ਉਹ ਚੋਣ ਹੋ ਗਈ ਹੈ ਜੀ। ਉਹਦੇ ਵਿੱਚ ਅਗਲੇ ਦਿਨ ਜਿਹੜੀ ਇੰਟਰਵਿਊ ਹੁੰਦੀ ਉਹ ਕਿਵੇਂ 35 ਕਿ 40 ਬੰਦਿਆਂ ਦੀ ਹੁੰਦੀ ਹੈ। ਇਸ ਹਿਸਾਬ ਨਾਲ ਤਾਂ 40 ਬੰਦਿਆਂ ਦੀ ਇੱਕ ਦਿਨ 'ਚ ਇੰਟਰਵਿਊ ਨਹੀਂ ਹੋ ਸਕਦੀ। ਨਹੀਂ ਹੋ ਸਕਦੀ। ਉਹ ਇੰਟਰਵਿਊ ਹੁੰਦੀ ਉਹਨਾਂ ਦੇ ਵਿੱਚ ਜਿਹੜੇ ਬੰਦੇ ਰੱਖਣੇ ਸੀ, ਸਿਲੈਕਟ ਕਰ ਲਏ ਜੀ, ਆਹ ਬੰਦੇ ਠੀਕ ਹੈ ਜੀ, ਆਹ ਠੀਕ ਹੈ ਜੀ। ਬੰਦੇ ਤਾਂ ਸਾਰੇ ਸਿਫਾਰਸ਼ੀ ਭਰਤੀ ਕਰਨੇ ਸੀ। ਤੁਹਾਨੂੰ ਪਤਾ ਹੋਏਗਾ ਵੀ ਬਡੂੰਗਰ ਸਾਹਿਬ ਪ੍ਰਧਾਨ ਸੀ ਤੇ ਭਾਈ ਸ਼੍ਰੋਮਣੀ ਰਾਗੀ ਭਾਈ ਨਿਰਮਲ ਸਿੰਘ ਹੋਈ ਜੀ। ਰਾਗੀਆਂ ਦੀ ਇੰਟਰਵਿਊ ਸੀ, ਬਕਾਇਦਾ ਤੌਰ ਤੇ ਬੋਰਡ ਨੂੰ ਬਿਠਾਇਆ ਗਿਆ ਤੇ ਭਾਈ ਨਿਰਮਲ ਸਿੰਘ ਰਾਗੀ ਨੂੰ ਕਿਹਾ ਵੀ ਬਰੀਕ ਛਾਨਣੀ ਲਾ ਕੇ ਆਏ ਪੂਰਾ ਚੰਗੀ ਤਰ੍ਹਾਂ ਬੰਦਾ ਉਹ ਭਰਤੀ ਕਹਿੰਦੇ ਕਾਬਲ ਕਰਨਾ ਜੀ। ਜਦੋਂ ਉਹਨੇ ਕਿਹਾ ਵੀ ਆਹ ਬੰਦਾ ਅਸੀਂ ਰਿਜੈਕਟ ਕਰ ਦਿੱਤਾ, ਜੱਥਾ ਰਿਜੈਕਟ ਕੀਤਾ, ਅਸੀਂ ਨਹੀਂ ਭਰਤੀ ਕਰਨਾ ਜੀ।
ਉਹ ਬਾਕੀ ਜਿਹੜੇ ਮੈਂਬਰ ਕਹਿੰਦੇ ਜੀ ਉਹ ਤੇ ਫਲਾਣੇ ਦਾ ਫੋਨ ਆ ਗਿਆ ਭਰਤੀ ਕਰਨਾ ਪੈਣਾ, ਕਹਿੰਦਾ ਜੀ ਆ ਲਓ ਮੇਰਾ ਰਿਜ਼ਾਈਨ ਮੈਂ ਚੱਲਿਆ ਜੀ। ਮੈਂ ਕਿਹਾ ਜੇ ਮਰਜ਼ੀ ਭਰਤੀ ਕਰ ਲਓ ਤੁਸੀਂ। ਇੱਥੇ ਵੀ ਇਹੋ ਕੁਝ ਹੁੰਦਾ। ਹੁਣ ਇਹਦੇ ਚ ਅੱਜ ਉਮੀਦ ਸੀ ਵੀ ਇਹਨੇ ਜਿਹੜੇ ਗ੍ਰੰਥੀ ਭਰਤੀ 3 ਕੀਤੇ ਸੀ, ਇੱਕ ਉਮਰ ਦੀ ਗੱਲ ਕਰ ਰਹੀ ਆਪਾਂ ਜੀ, ਉਮਰ ਬੇਸਿਕਲੀ 45 ਸਾਲ ਰੱਖੀ ਗਈ ਇਹਨਾਂ ਦੀ ਗ੍ਰੰਥੀ ਦੀ। ਇਹਨਾਂ ਨੇ ਐਡਜੈਕਟਿਵ ਨੇ ਘਟਾ ਕੇ 40 ਕਰਤੀ ਤੇ ਜਿਹੜੇ 3 ਭਰਤੀ ਕਰਨ ਦੀ ਗੱਲ ਕੀਤੀ ਜਾਂਦੀ ਉਹਨਾਂ ਦੇ ਵਿੱਚ 40 ਦੇ ਵੀ ਘੱਟ ਜੀ। ਲੇਕਿਨ ਭਰਤੀ ਕਰਨੇ ਜੀ ਸੁਖਬੀਰ ਦਾ ਹੁਕਮ ਜੀ, ਫਲਾਣੇ ਦਾ ਹੁਕਮ ਜੀ, ਢਿੰਗੜ ਦਾ ਹੁਕਮ ਜੀ। ਇਸ ਕਰਕੇ ਉਹ ਅੱਜ ਜਿਹੜੀ ਸੀ ਵਾਦ-ਵਿਵਾਦ ਪੈਣ ਤੋਂ ਮੈਂ ਸਟੋਰੀ ਫਾਈਲ ਕੀਤੀ, ਆਪਾਂ ਸ਼ਾਇਦ ਪਹਿਲਾਂ ਵੀ ਗੱਲ ਕੀਤੀ ਸੀ ਦੇ ਉੱਤੇ। ਉਹਦੇ ਵਾਦ-ਵਿਵਾਦ ਤੋਂ ਬਾਅਦ ਅੱਜ ਉਸ ਚੀਜ਼ ਨੂੰ ਵਿਚਾਰਿਆ ਨਹੀਂ ਗਿਆ, ਉਹ ਚੀਜ਼ ਪੈਂਡਿੰਗ ਰੱਖ ਲਈ ਤੇ ਬੀਬੀ ਨੂੰ ਪੁੱਛਿਆ ਗਿਆ ਸਵਾਲ, ਬੀਬੀ ਜੀ ਤੇ ਕਹਿੰਦੀ ਜਲਦੀ ਕਰਾਂਗੇ ਜੀ ਕੋਈ ਗੱਲ। ਅੱਛਾ ਜੀ। ਇਸ ਕਰਕੇ ਉਹ ਬਕਾਇਦਾ ਤੌਰ ਤੇ ਪ੍ਰਕਿਰਿਆ ਅਡੋਪਟ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦੀ ਇੰਟਰਵਿਊ ਮੇਰੇ ਨਾਲ ਇੰਟਰਵਿਊ ਕੀਤੀ ਸੀ, ਮੈਂ ਆਇਆ ਸੀਗਾ ਜੀ, ਉਹਦੇ ਵਿੱਚ ਕਹਿੰਦੇ ਕਿ ਦੇਖੋ ਅਸੀਂ ਹੁਣ ਇਹ ਗੱਲਾਂ ਹੁਣ ਆਪ ਕਰਨੀਆਂ, ਕੋਈ ਸਾਨੂੰ ਦੱਸੇਗਾ ਕਿ ਕੰਮ ਅਸੀਂ ਕਿਵੇਂ ਕਰਨਾ। ਦੇਖੋ ਜਦੋਂ ਮਰਿਆਦਾ ਦੀ ਉਲੰਘਣਾ ਹੋਏਗੀ ਤਾਂ ਲੋਕ ਬੋਲਣਗੇ, ਸੰਗਤਾਂ ਬੋਲਣਗੀਆਂ, ਉਦੋਂ ਇਹ 'ਚ ਗੱਲ ਨਹੀਂ। ਬੀਬੀ ਜੀ ਦੇ ਰਾਜ ਦੇ ਵਿੱਚ ਜਦੋਂ 1999 ਦੇ ਵਿੱਚ ਬਣੇ ਨੇ ਜੀ, ਸੌਰੀ 2005 ਦੇ ਵਿੱਚ ਬਣੇ ਨੇ ਨਾ, ਪਹਿਲਾਂ ਬਣੇ ਜੀ, ਉਦੋਂ ਪਹਿਲਾਂ ਇੱਕ ਵਾਰੀ ਜਦੋਂ ਸਭ ਤੋਂ ਪਹਿਲਾਂ ਵਰਡ ਪੰਜਾਬੀ ਨੂੰ ਜਦੋਂ ਦਿੱਤੀ ਹੈ ਗੁਰਬਾਣੀ ਬ੍ਰੌਡਕਾਸਟਿੰਗ, ਉਹ 13 ਮਾਰਚ 1999 ਪਹਿਲੀ। ਹਾਂ 99 ਹਾਂਜੀ 99 ਜੀ ਬਣੇ। ਇਹ 2000 ਨਵੰਬਰ ਤੱਕ ਰਹੇ ਨੇ। 2000 ਨਵੰਬਰ ਦੇ ਵਿੱਚ ਤਲਵੰਡੀ ਸਾਹਿਬ ਆ ਗਏ ਤੇ 2001 ਨਵੰਬਰ ਦੇ ਵਿੱਚ ਫਿਰ ਜਿਹੜੇ ਸੀ ਬਡੂੰਗਰ ਸਾਹਿਬ ਆ ਗਏ। 2002 ਚ ਵੀ ਉਹ ਬਣੇ ਨੇ। 2003 ਦੇ ਵਿੱਚ ਬਡੂੰਗਰ ਸਾਹਿਬ ਦੀ ਜਿਹੜੀ ਸੀ ਉਹ ਟੌੜਾ ਸਾਹਿਬ ਦਾ ਸਮਝੌਤਾ ਹੋ ਗਿਆ ਤੇ ਫਿਰ ਜੁਲਾਈ 2004 ਦੇ ਵਿੱਚ ਟੌੜਾ ਸਾਹਿਬ ਦੁਬਾਰਾ ਪ੍ਰਧਾਨ ਬਣ ਗਏ। ਉਹ ਜਿਹੜੇ 31 ਮਾਰਚ ਤੋਂ ਰਹਿ ਕੇ ਮੁੜ ਕੇ ਡੈਥ ਹੋ ਗਈ ਤੇ ਫਿਰ ਉਦੋਂ ਇਲੈਕਸ਼ਨ ਵੀ ਆ ਗਈ। ਉਦੋਂ ਫਿਰ ਅਲਵਿੰਦਰਪਾਲ ਸਿੰਘ ਪੱਖੋ ਕੇ ਜਿਹੜੇ ਸੀ ਉਹ ਸੀਜ਼ਨ ਮੀਤ ਪ੍ਰਧਾਨ ਸੀ, ਉਹ ਐਕਟਿਵ ਪ੍ਰਧਾਨ ਰਹੇ। ਜਦੋਂ ਇਹ ਬੀਬੀ ਜੀ ਦੂਜੀ ਵਾਰੀ ਆਇਆ ਉਦੋਂ ਇਹਨਾਂ ਨੇ ਫਿਰ 2 ਬੰਦੇ ਮਾਰੇ ਸੀ, ਇੱਕ 47 ਸਾਲ ਕਬਜ਼ਾ ਲੈਣ ਗਿਆ ਜੀ। ਬੜਾ ਰੌਲਾ ਪਿਆ ਸੀ, ਮੁੜ ਕੇ ਦਬਕਾ ਮਾਰ ਕੇ ਰੌਲਾ ਪਾ ਕੇ ਪਰਚੇ ਵੀ ਵਿਚਾਰੇ ਉਹਨਾਂ ਗਰੀਬਾਂ ਤੇ ਕਰਾਤੇ ਇਹਨਾਂ ਨੇ। ਇਸ ਕਰਕੇ ਜੇ ਸੰਗਤਾਂ ਰੌਲਾ ਪਾਉਣਗੇ ਤੁਸੀਂ ਗਲਤ ਕਰ ਰਹੇ ਹੋ ਜੀ। ਜਿਹੜੀ ਗੱਲ ਗਲਤ ਆ ਉਹ ਗਲਤ ਆ, ਜਿਹੜੀ ਗੱਲ ਸਹੀ ਹੈ ਤੁਸੀਂ ਮਰਿਆਦਾ ਅਨੁਸਾਰ ਕੰਮ ਕਰੋ, ਤੁਹਾਡੀ ਲੋਕੀ ਤਾਰੀਫ ਕਰਨਗੇ ਬੀਬੀ ਜੀ ਠੀਕ ਕੀਤਾ ਤੁਸੀਂ ਜੀ ਜੀ। ਤੇ ਜੇ ਮਨਮਾਨੀਆਂ ਕਰੋ, ਵੇਖੋ ਤੁਸੀਂ ਜਦੋਂ ਪਹਿਲੀ ਵਾਰੀ ਆਏ 475 ਬੰਦੇ ਤੁਸੀਂ ਬਿਨਾਂ ਲੋੜ ਤੋਂ ਭਰਤੀ ਕਰ ਜੀ। ਉਹ ਮਾਮਲਾ ਜੁਡੀਸ਼ੀਅਲ ਕਮਿਸ਼ਨ ਚਲਾ ਗਿਆ ਜੀ, ਜੁਡੀਸ਼ੀਅਲ ਕਮਿਸ਼ਨ ਨੇ ਸਾਰੀ ਭਰਤੀ ਕੈਂਸਲ ਕਰਤੀ। ਅੱਛਾ ਜੀ। ਤੇ ਫਿਰ ਤੁਸੀਂ ਕਹਿੰਦੇ ਕੀ ਕਹੋਗੇ, ਫਿਰ ਲੋਕ ਨਾ ਦੱਸਣ। ਜੇ ਇਹ ਵੀ ਭਰਤੀ ਏਦਾਂ ਕੀਤੀ ਗਈ ਨਾ ਤੇ ਇਹ ਵੀ ਜੁਡੀਸ਼ੀਅਲ ਤੋਂ ਜਾਣੀ ਹੈ ਜੀ। ਇਹ ਵੀ ਮੁੜ ਕੇ ਜਵਾਬ ਦੇਣਾ, ਮੁੜ ਕੇ ਐਫੀਡੇਵਿਟ ਦਿੰਦੇ ਹੁੰਦੇ ਜਾ ਕੇ ਆਪਣੀ, ਮੇਰਾ ਐਫੀਡੇਵਿਟ ਲੈ ਲਓ ਜੀ, ਮੇਰਾ ਵਕੀਲ ਆਏਗਾ ਇੱਥੇ ਭਰਤੀ। ਇਸ ਕਰਕੇ ਬੀਬੀ ਜੀ ਨੂੰ ਚਾਹੀਦਾ ਕਹਿਣ ਇੰਨੀ ਗੱਲ ਕਹੀ ਕਿ ਅਸੀਂ ਮਰਿਆਦਾ ਤੇ ਸਿਧਾਂਤ ਤੇ ਨਿਜਬਤ ਤੋਂ ਲਾਇਕ ਕੋਈ ਭਰਤੀ ਨਹੀਂ ਕਰਾਂਗੇ, ਬਿਲਕੁਲ ਹੋਣੀ ਚਾਹੀਦੀ ਏਦਾਂ। ਤੁਸੀਂ ਕਿਉਂ ਤੁਹਾਨੂੰ ਰੋਕਦਾ ਥੋੜੀ ਕੋਈ ਹੈਗਾ ਜੀ। ਹੁਣ ਉਹ ਜਿਹੜੇ 3 ਬੰਦੇ ਭਰਤੀ ਕਰਨੇ ਸੀ ਬਿਲਕੁਲ ਪਤਾ ਸੀ। ਜਿਹੜਾ ਚੀਫ ਸੈਕਟਰੀ ਨਾਲ ਗੱਲ ਹੋਈ ਉਹਨਾਂ ਮੈਂ ਗੱਲ ਕੀਤੀ, ਮੈਂ ਕਿਹਾ ਜੀ ਆਹ ਗੱਲ ਹੈਗੀ, ਕਹਿੰਦੇ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਨਿਯਮਾਂ ਦੇ ਮੁਤਾਬਿਕ ਸਭ ਕੁਝ ਦੇਗਾ, ਨਿਯਮਾਂ ਬਗੈਰ ਕੁਛ ਨਹੀਂ ਹੋਏਗਾ ਜੀ। ਫਿਰ ਮੇਰੀ ਇੱਕ ਜਥੇਦਾਰ ਨੇ ਗੱਲ ਕਹਿੰਦਾ ਨਿਯਮਾਂ ਨੂੰ ਬਤਾਓਗੇ ਜੋ ਹੈ, ਇਸ ਤੋਂ ਬਾਅਦ ਕੁਛ ਨਹੀਂ ਹੋਏਗਾ ਜੀ। ਜੇਕਰ ਜੋ ਸਿਫਾਰਸ਼ਾਂ ਆ ਜਾਂਦੀਆਂ ਤੇ ਫਿਰ ਉਹ ਗੜਬੜ ਕਰਦੇ, ਫਿਰ ਜਦੋਂ ਇਹ ਅਰਦਾਸੀ ਭਰਤੀ ਕਰਦੇ ਆ ਉਹ ਅਰਦਾਸ ਕਰਦੇ ਕਰਦੇ ਭੁੱਲ ਜਾਂਦੇ, ਮੁੜ ਕੇ ਬਦਲੀ ਕਰ ਦਿੰਦੇ ਉਹਨਾਂ ਦੀ। ਕੁਲਵਿੰਦਰ ਸਿੰਘ ਅਰਦਾਸੀ ਹੈਗਾ ਜੀ, ਸੁਣਿਆ ਹੋਣਾ ਤੁਸੀਂ ਜੀ। ਨਹੀਂ ਮੈਂ ਨਹੀਂ। ਉਹਦੀ ਆਵਾਜ਼ ਵੀ ਬੜੀ ਸੋਹਣੀ ਸੀ, ਅਰਦਾਸ ਵੀ ਬੜੀ ਸੋਹਣੀ ਕਰਦਾ ਸੀ। ਮਤਲਬ ਦੂਰੋਂ ਦੂਰੋਂ ਲੋਕੀ ਬੁਲਾਉਂਦੇ ਸੀ ਵੀ ਕੁਲਵਿੰਦਰ ਸਿੰਘ ਸਾਡੀ ਅਰਦਾਸ ਕਰਨ ਵਾਸਤੇ ਭੇਜ ਦਿਓ ਜੀ। ਮੱਕੜ ਸਾਹਿਬ ਦੀ ਭੈਣ ਦੀ ਡੈਥ ਹੋ ਗਈ ਸੀ, ਕੁਲਵਿੰਦਰ ਸਿੰਘ ਸਸਪੈਂਡ ਸੀਗਾ ਜੀ। ਤੇ ਮੱਕੜ ਸਾਹਿਬ ਨੇ ਕਿ ਸਸਪੈਂਡ ਤੇ ਵੇਖੀ ਆ, ਬੁਲਾਓ ਉਹਨੂੰ ਅਰਦਾਸ ਕਰ ਇੱਥੇ। ਤੇ ਚਲੋ ਅਰਦਾਸ ਤੇ ਮੁੜ ਕੇ ਬਹਾਲ ਵੀ ਕਰਾਤਾ ਉਹਨਾਂ ਨੂੰ। ਹਾਂਜੀ। ਅਰਦਾਸੀ ਇਹੋ ਜਿਹੇ ਹੋਣੇ ਚਾਹੀਦੇ ਜਿਹੜੇ ਕਿ ਜਾਣਕਾਰ ਹੋਣ। ਬਿਲਕੁਲ। ਭਾਈ ਬਲਬੀਰ ਸਿੰਘ ਅਰਦਾਸੀ ਸੀਗਾ ਜਿਹਨੇ ਬਾਦਲ ਨੂੰ ਸਰੂਪਾ ਨਹੀਂ ਸੀ ਦਿੱਤਾ। ਹਾਂਜੀ, ਉਹਨੂੰ ਵੀ ਯਾਦ ਤੁਹਾਨੂੰ। ਅੱਜ ਭਾਈ ਬਲਬੀਰ ਸਿੰਘ ਨੇ ਆਪਣੀ ਕਰੋੜਾਂ ਦੀ ਜਾਇਦਾਦ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਨੂੰ ਲਵਾਤੀ। ਅੱਛਾ ਜੀ। ਦੱਸੋ। ਇਹ ਵੀ ਉਦੋਂ ਤੁਹਾਨੂੰ ਪਤਾ ਹੋਏਗਾ 1 ਲੱਖ ਦਾ ਚੈੱਕ ਜਿਹੜਾ ਸੀ ਸੁੱਖੀ ਰੰਧਾਵੇ ਨੇ ਦਿੱਤਾ ਸੀ ਭਾਈ ਬਲਬੀਰ ਸਿੰਘ ਨੂੰ ਵੀ ਇਹ ਤੁਹਾਨੂੰ ਲੋੜ ਹੈਗੀ, ਉਹਨਾਂ ਵਾਪਸ ਕਰਤਾ। ਇਹਨਾਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਖਿਆਲ ਰੱਖਿਆ, ਲੇਕਿਨ ਮੇਰੇ ਕੋਲ ਗੁਰੂ ਦੇ ਪਿੱਤਰ ਦਾ ਬੜਾ ਕੁਛ ਹੈਗਾ ਜੀ। ਅੱਜ ਉਹਨਾਂ ਦੇ ਇੱਕ ਪਲਾਟ ਸੀ, ਕੋਠੀ ਸੀ, ਦੋਵੇਂ ਚੀਜ਼ਾਂ ਜਿਹੜੀਆਂ ਉਹ SGPC ਨਾਲ ਕਰਤੀਆਂ ਵੀ ਮੇਰੀ ਮੌਤ ਤੋਂ ਬਾਅਦ ਇਹ ਇਹਨਾਂ ਦੀ ਪ੍ਰਾਪਰਟੀ ਹੈ।
ਗਿਆਨੀ ਮੋਹਨ ਸਿੰਘ ਦੀ 60-70 ਕਰੋੜ ਦੀ ਪ੍ਰਾਪਰਟੀ ਹੈਗੀ ਸੀ, ਉਹਨੇ ਉਹਨੂੰ ਦਰਬਾਰ ਸਾਹਿਬ ਨਾਲ ਕਰਤੀ ਜੀ। ਜਿਹੜੇ ਬੰਦੇ ਇੱਥੇ ਦੇਣ ਵਾਲੇ ਉਹ ਤੇ ਹੈਗੇ ਤੇ ਖਾਣ ਵਾਲੇ ਵੀ ਹੈਗੇ ਬੜੇ ਲੁਟੇਰੇ। ਹਾਂ, ਬੜੇ ਰੌਲਾ ਤਾਂ ਇਹੀ ਹੈ। ਹੁਣ ਬੀਬੀ ਜਗੀਰ ਕੌਰ ਤੁਸੀਂ ਗੱਲ ਜਿਹੜੀ ਕਰਨ ਡਏ ਸੀ ਉਹਨਾਂ ਨਾਲ ਵੀ ਉਹ ਜਿਹੜੀ ਜਗ੍ਹਾ ਨਿਕਲੀ ਥੜੇ ਪਾਸੇ ਇਤਿਹਾਸਕ ਜਗ੍ਹਾ ਜੀ ਕਹਿੰਦੇ ਨਿਕਲੀ ਹੈ ਜੀ, ਬੀਬੀ ਜੀ ਮੰਨਣ ਨੂੰ ਤਿਆਰ ਨਹੀਂ ਹੈਗੇ। ਨਹੀਂ ਹੁਣ ਤਾਂ ਮੰਨ ਗਏ ਨੇ, ਕਹਿੰਦੇ ਵੀ ਉੱਥੇ ਸੱਦ ਲਏ ਅਸੀਂ, ਕਹਿੰਦੇ ਜੇ ਨਹੀਂ ਸਾਦੀ ਲੈ ਸਾਦੀ ਲੈ ਅਜੇ ਆਇਆ ਤਾਂ ਕੋਈ ਨਹੀਂ ਨਾ, ਆਇਆ ਕੋਈ ਨਹੀਂ, ਸੋਮਵਾਰ ਨੂੰ ਆਉਣਾ ਸੀ, ਆਏ ਨਹੀਂ। ਪਰ ਬੀਬੀ ਜੀ ਪਹਿਲਾਂ ਇਹ ਤਾਂ ਦੱਸ ਦੇਣ ਜਿਹੜੀ ਸਾਡੀ ਇੱਥੇ 12 ਦਰੀ ਸੀ ਉਹ ਕਿਉਂ ਢਾਈ ਗਈ ਉੱਥੇ? 12 ਸਰੀ ਸਾਡੀ ਇਤਿਹਾਸਕ ਸੋਚ ਸੀ ਇੱਕ ਬੜਾ ਤਕੜਾ ਜੀ। ਐਸਜੀਪੀਸੀ ਐਂਟਰ ਕਰਦੇ ਬਣਿਆ ਸੀ ਉੱਥੇ, ਅਕਾਲੀ ਦਲ ਦਾ ਦਫ਼ਤਰ ਵੀ ਹੁੰਦਾ ਸੀ 12 ਦਰੀ, 12 ਦਰਵਾਜ਼ੇ ਸੀ ਉਹਦੇ, ਉਹ ਕਿਉਂ ਢਾਈ ਗਈ ਉਦੋਂ? ਪਾਕਿਸਤਾਨ ਦੇ ਵਿੱਚ ਇੱਕ ਧਰਮਸ਼ਾਲਾ ਹੈ ਜੀ ਸਿੰਧ ਦੇ ਵਿੱਚ, ਉਹ ਧਰਮਸ਼ਾਲਾ ਢਾਹ ਕੇ ਤੇ ਉੱਥੇ ਸਰਕਾਰ ਚਾਹੁੰਦੀ ਸੀ ਮਾਲ ਬਣਾਉਣਾ, ਲੇਕਿਨ ਜਿਹੜੇ ਮਾਲਕ ਸੀ ਉਹ ਚਲੇ ਗਏ ਕੋਰਟ ਦੇ ਵਿੱਚ। ਅੱਛਾ ਜੀ। ਉੱਥੋਂ ਦੀ ਸੁਪਰੀਮ ਕੋਰਟ ਨੇ ਕਹਿਤਾ ਵੀ ਇਹ 99 ਸਾਲ ਪੁਰਾਣੀ ਧਰਮਸ਼ਾਲਾ ਵਾ ਜੀ, ਇਹ ਸਾਡੀ ਵਿਰਾਸਤ ਹੈ, ਇਹਨੂੰ ਪੁਰਾਤਤ ਵਿਭਾਗ ਸੰਭਾਲੇਗਾ, ਇਹਨੂੰ ਸੰਭਾਲਿਆ ਜਾਵੇ, ਢਹਿ ਨਾ ਜਾਵੇ ਇਹਨੂੰ ਜੀ। ਜੇ ਪਾਕਿਸਤਾਨ ਦੀ ਸੁਪਰੀਮ ਕੋਰਟ 99 ਸਾਲ ਨੂੰ ਵਿਰਾਸਤ ਕਹੇ, ਜਿਹੜੀ ਸਾਡੀ 200 ਸਾਲ ਪੁਰਾਣੀ ਉਹ ਵਿਰਾਸਤ ਨਹੀਂ ਹੋ ਸਕਦੀ? ਬਿਲਕੁਲ ਹੋ ਸਕੇ, ਕਿਉਂ ਨਹੀਂ ਹੋ ਸਕਦੀ, ਜ਼ਿਆਦਾ ਹੀ ਹੈ ਜੀ। ਫਿਰ ਕੀ ਹੈ ਜਿਹੜੀ ਜਗ੍ਹਾ ਗੱਲ ਕਰਦੇ ਉਹਦੇ ਸਾਹਮਣੇ ਤੁਹਾਡਾ ਸੰਗਲਵਾੜਾ ਹੈਗਾ, ਉਹ ਦੇਖ ਲਓ, ਹੈਰੀਟੇਜ ਬਿਲਡਿੰਗ ਹੈ। ਬਿਲਕੁਲ 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 ਅਖਾੜਾ ਸੰਗਲਵਾੜਾ ਜਿਹੜਾ ਹੈਰੀਟੇਜ ਬਿਲਡਿੰਗ ਸਾਡੀ ਹੈਗੀ ਉਹ, ਬਿਲਕੁਲ ਸਾਹਮਣੇ। ਉਹ ਤੇ ਕਿੱਥੇ ਸਾਹਮਣੇ, ਉਹ ਨਾਲੇ ਡੂੰਗੀ ਵੀ ਆ, ਉਹ ਕਿਵੇਂ ਸੰਭਾਲੀ ਬੈਠੇ, ਉਹਦਾ ਪਾਣੀ ਕਿਵੇਂ ਨਿਕਲਦਾ? ਬਿਲਕੁਲ ਉਹਦੇ ਮਾਲਕ ਜਿੰਦਾ ਨੇ ਜੀ, ਇਸ ਸੰਭਾਲੀ ਅਗਲਿਆਂ ਨੇ, ਉਹ ਪੀੜੀ ਦਰ ਪੀੜੀ ਉਹਨਾਂ ਦੇ ਜਿਹੜੇ ਤੁਰੇ ਆਉਂਦੇ ਜਾ ਰਹੇ, ਜਿਹੜੇ ਬਣਦੇ ਜਥੇਦਾਰ ਉਹਨਾਂ ਦੇ। ਇਸੇ ਕਰਕੇ ਇਹ ਜਿਹੜੀ ਜਗ੍ਹਾ ਢੱਠ ਜਾਣੀ ਸੀ, ਦਾਨੇ ਵਾਲੇ ਸਭ ਢੱਠੀ ਕਿਉਂ ਨਹੀਂ ਗਈ, ਇਹ ਵੀ ਤੁਹਾਨੂੰ ਦੱਸਣ ਲੱਗਾ ਹੁਣ ਜੀ। ਧਰਮ ਸਿੰਘ ਠੇਕੇਦਾਰ ਸੀ, ਉਹਨੂੰ ਠੇਕਾ ਦਿੱਤਾ ਸੀਗਾ ਸੀ ਗਲਿਆਰਾ ਢਾਉਣ ਦਾ। ਅੱਛਾ ਜੀ। ਹੁਣ ਜਿਹੜੇ ਢਾਉਣ ਵਾਲੇ ਸੀ ਉਹ ਵੇਖਦੇ ਸੀ ਵੀ ਇਹਦੇ ਵਿੱਚੋਂ ਨਿਕਲਦਾ ਕੀ ਆ, ਇੱਟ ਪੂਰੀ ਨਿਕਲਦੀ ਆ। ਹਾਂ, ਜੇ ਤਾਂ ਇੱਟ ਨਿਕਲਦੀ, ਕਿਉਂਕਿ ਛੋਟੀ ਇੱਟ ਵਿਕੀ ਬਹੁਤ ਆ ਨਾ। ਹੁਣ ਮੈਨੂੰ ਕੋਈ ਦੱਸ ਰਿਹਾ ਜਿਹੜੀ ਨਾਨਕਸ਼ਾਹੀ ਇੱਟ ਆ, ਤੁਸੀਂ ਦੇਖੋ ਬੜੇ ਲੋਕ ਲੱਗਦੇ ਸੀ ਬਲੈਕ ਹੋ ਰਹੀ ਆ, 50,000 ਰੁਪਏ 1000 ਤੱਕ ਚਲੀ ਗਈ ਹੈ ਜੀ, ਵਧੀਆ ਇੱਟ ਪੁਰਾਣੀ। ਦੱਸੋ ਅੱਜ ਦੀ ਗੱਲ ਨਾ, ਉਦੋਂ ਨਹੀਂ ਸੀਗੀ ਜਦੋਂ ਆਪਾਂ ਗੱਲ ਕਰਦੇ 1988-99 ਵਿੱਚ ਨਹੀਂ ਸੀ ਦੀ ਮੰਗ ਹੈਗੀ। ਉਹ ਜਿਹੜੀ ਉਹ ਕੀ ਕਰਦੇ ਸੀ, ਜਿਹੜੇ ਬੰਦੇ ਉਦੋਂ ਤੋੜਦੇ ਸੀ ਨਾ ਉੱਥੇ, ਉਹਨਾਂ ਨੇ ਮੇਰੀ ਗੱਲ ਹੋਈ ਪਰਸੋਂ ਜੀ, ਉਹ ਕਹਿੰਦੇ ਅਸੀਂ ਤੋੜਦੇ ਉੱਥੇ ਸੀਗੇ ਜਿੱਥੋਂ ਸਾਨੂੰ ਵਿੱਚੋਂ ਸਰੀਆ ਲੱਭਣਾ, ਕੋਈ ਇੱਟ ਸਬੂਤੀ ਲੱਭਣੀ, ਬਾਕੀ ਤਾਂ ਢਾਹ ਕੇ ਉੱਤੇ ਮਲਬਾ ਪਾ ਦਿੰਦੇ ਸੀ ਬਸ। ਬਿਲਕੁਲ, ਬਾਕੀ ਤੇ ਮਲਬਾ ਪਾ ਦਿੰਦੇ ਸੀ। ਇਹ ਹੈਗੀ ਡਾਟ, ਇਹਦੇ ਵਿੱਚ ਨਾ ਤੇ ਇੱਟ ਨਿਕਲਣੀ ਸੀ, ਨਾ ਇਹ ਚੋਂ ਕੋਈ ਲੱਕੜ ਨਿਕਲਣੀ ਸੀ, ਕੁਝ ਨਹੀਂ ਨਿਕਲਣਾ ਸੀ। ਹਾਂਜੀ, ਉਹ ਮਿੱਟੀ ਪਾਤੀ ਉੱਤੇ, ਉਹਨੇ ਗਏ ਉੱਤੇ ਸੀ, ਉਹ ਆਪਾਂ ਨੇ ਮਿੱਟੀ ਪਾਈ ਸੀ, ਮੁੱਖ ਥੋੜੀ ਗੱਲ ਤੋਂ। ਇਸੇ ਕਰਕੇ ਜੇ ਉਹ ਨਿਕਲੀ ਆ ਤੇ ਉਹਦੀ ਬਕਾਇਦਾ ਤੌਰ ਤੇ ਜੇ ਸਾਡੇ ਇਤਿਹਾਸਕਾਰ ਨੇ ਉਹਨਾਂ ਕੋਲ ਰਿਪੋਰਟ ਲੈਣੀ ਚਾਹੀਦੀ ਹੈ। ਰਿਪੋਰਟ ਲੈ ਕੇ ਪੁਰਾਤਨ ਵਿਭਾਗ ਨੂੰ ਪੁੱਛਿਆ ਜਾਣੇ ਤੇ ਸਵਾਲੀ ਕਿਵੇਂ ਜਾਵੇ ਜੀ। ਤੁਹਾਨੂੰ ਪਤਾ ਹੋਵੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਕਿਹਾ ਸੀ ਵੀ ਜਿਹੜਾ ਰਾਮਗੜੀਆ ਬੁੰਗਾ ਵੀ ਢਾਹ ਦਿਓ, ਇਹ ਢਾਹ ਕੇ ਪ੍ਰਕਰਮਾ ਸਿੱਧੀ ਕਰ ਦਿਓ। ਅੱਛਾ ਜੀ। ਭਗਤ ਸਿੰਘ ਹੁੰਦੇ ਸੀ ਰਾਮਗੜੀਏ ਲੁਧਿਆਣੇ ਵਾਲੇ, ਉਹ ਟੌੜੇ ਤੋਂ ਆ ਕੇ ਪੈ ਗਏ। ਉਹਨਾਂ ਕੋਲ ਜਾ ਕੇ ਫੰਡ ਫੁੰਡ ਲੈਂਦੇ ਸੀ, ਅਮੀਰ ਆਦਮੀ ਸੀ। ਉਹਨਾਂ ਕਿਹਾ ਜੀ ਦੱਸੋ ਤੁਸੀਂ ਕਿਉਂ ਢਾਉਂਦੇ ਉਹਨੂੰ, ਸਾਡੀ ਧੁਰ ਮੈਂ ਕਿਹਾ ਇੱਕ ਤੋਂ ਦੋ ਬੁੰਗੇ ਹੋਣਗੇ, ਜਿਹੜਾ ਰਾਮਗੜੀਆ ਬੁੰਗਾ ਸਭ ਤੋਂ ਵੱਡਾ ਬੁੰਗਾ ਜਿਹੜਾ ਇਸ ਵੇਲੇ ਅੱਜ ਦੀ ਡੇਟ 'ਚ ਹੈਗਾ, ਜਿਹੜੀ ਸਾਡੀ ਵਿਰਾਸਤ ਆ ਜਿਹੜੀ ਹੈਗੀ। ਬਾਕੀ ਸਭ 84 ਬੁੰਗੇ ਸੀ, ਕੋਈ 84 ਕਹਿੰਦਾ, ਕੋਈ 89 ਕਹਿੰਦਾ, ਕੋਈ 61 ਕਹਿੰਦਾ, ਕੋਈ 86 ਕਹਿੰਦਾ, 84 ਬੁੰਗੇ ਸੀ ਜੀ। ਘੇਰੇ ਉਹ ਪ੍ਰਚਾਰ ਦੇ ਕੇਂਦਰ ਸੀਗੇ। ਉਹਨਾਂ ਬੁੰਗਿਆਂ ਦੇ ਵਿੱਚ ਬਕਾਇਦਾ ਤੌਰ ਤੇ ਪ੍ਰਕਾਸ਼ ਹੁੰਦਾ ਸੀ, ਨਿਸ਼ਾਨ ਸਾਹਿਬ ਲੱਗਾ ਸੀ, ਲੰਗਰ ਚੱਲਦਾ ਸੀ, ਬਕਾਇਦਾ ਤੌਰ ਤੇ ਸੰਗਤਾਂ ਆਉਂਦੀਆਂ ਸੀ, ਉੱਥੇ ਠਹਿਰਦੀਆਂ ਸੀ ਬੁੰਗਿਆਂ ਸਰਾਵਾਂ ਦਾ ਕੰਮ ਬੁੰਗੇ ਕਰਦੇ ਸੀ ਜੀ। ਪ੍ਰਚਾਰ ਵੀ ਹੁੰਦਾ ਸੀ, ਅੰਮ੍ਰਿਤ ਵੀ ਛਕਾਇਆ ਜਾਂਦਾ ਸੀ, ਉੱਥੇ ਪਾਠ ਵੀ ਕੀਤਾ ਜਾਂਦਾ ਸੀ, ਕਥਾ ਵੀ ਹੁੰਦੀ ਸੀ ਉਸ ਜਗ੍ਹਾ ਤੇ। ਬਿਲਕੁਲ। ਮੇਰੀ ਸੰਭਾਲ 'ਚ ਮੈਂ ਵੇਖਿਆ ਇੱਥੇ ਆਪਣੇ ਤਰਨਤਾਰਨ ਦੇ ਵਿੱਚ ਇੱਕ ਬੁੰਗਾ ਹੁੰਦਾ ਸੀ, ਉਰਲੇ ਪਾਸੇ ਜਿੱਥੇ ਮਨਾਰ ਬਣਿਆ ਉੱਥੇ ਇੱਕ ਬੁੰਗਾ ਹੁੰਦਾ ਸੀ ਜੀ। ਉਹ ਅਸੀਂ ਆਪ ਜੋਟੇ ਹੁੰਦੇ ਜਾਂਦੇ, ਉੱਥੇ ਬਕਾਇਦਾ ਤੌਰ ਤੇ ਬੁੰਗੇ 'ਚ ਲੰਗਰ ਵੀ ਤਿਆਰ ਹੁੰਦਾ ਸੀ, ਪਾਠ ਵੀ ਹੁੰਦਾ ਸੀ, ਕਥਾ ਵੀ ਹੁੰਦੀ ਸੀ ਜੀ। ਲੋਕ ਸੁਣ ਜਾਂਦੇ ਸੀ, ਕਹਿੰਦੇ ਬੁੰਗਾ ਹੈ ਜੀ ਇਹ। ਇਸੇ ਕਰਕੇ ਉਹ ਜੇ ਇਤਿਹਾਸਕ ਧਰੋਹਰ ਨਿਕਲੀ ਆ, ਉਹਦਾ ਇਤਿਹਾਸ ਪੂਰਾ ਇਕੱਠਾ ਕੀਤਾ ਜਾਵੇ, ਇਕੱਠਾ ਕਰਕੇ ਸੰਭਾਲਿਆ ਜਾਵੇ। ਤੇ ਜੇ ਆਪਾਂ ਨਹੀਂ ਸੰਭਾਲਣਾ ਤੇ ਉੱਤੇ ਬਾਕੀ ਹੈਗਾ, ਜੇ ਤੁਸੀਂ 12 ਦਰੀ ਬਿਲਕੁਲ ਐਸਜੀਪੀ ਤੇ ਬੂਹੇ ਦੇ ਉਹ ਢਾਤੀ ਤੇ ਬਾਕੀ ਤੁਹਾਡੇ ਇਹਨੂੰ ਕੀ ਇਹਦਾ ਕੀ ਹੋਣਗੇ? ਬਿਲਕੁਲ। ਇਹਦੇ ਵਿੱਚ ਤਾਂ ਕਹਿੰਦੇ ਜੀ ਮੇਰੀ ਗੱਲ ਹੋਈ ਸੀ ਯਾਦਵਿੰਦਰ ਸਿੰਘ ਹੋਰਾਂ ਨਾਲ, ਤੇ ਉਹ ਕਹਿੰਦੇ ਵੀ ਸਾਡੇ ਜਦੋਂ ਇਹ ਢਾਉਣ ਤੋਂ ਪਹਿਲਾਂ ਨਾ ਸਾਡੀ ਪੁਰਾਣੀ ਕੋਈ ਮੇਨ ਗੇਟ ਦੇ ਉੱਤੇ ਗਣੇਸ਼ ਜੀ ਦੀ ਮੂਰਤੀ ਸੀ। ਕਹਿੰਦੇ ਉਹੀ ਲੈ ਕੇ ਲਾ ਕੇ ਕਹਿੰਦੇ ਤੁਹਾਨੂੰ ਮੋੜ ਦਿਆਂਗੇ ਪੁਰਾਤਨ ਵਿਭਾਗ ਵਾਲੇ। ਕਹਿੰਦੇ ਅਮਰੀਕਾ ਜਾ ਕੇ ਕਰੋੜਾਂ ਰੁਪਏ ਦੀ ਵਿਕੀ ਹੈ ਕਹਿੰਦੇ ਉਹ।
ਬਿਲਕੁਲ ਬਿਲਕੁਲ ਵਿਕੀ ਹੋਣੀ, ਕਰੋੜਾਂ ਦੀ ਵਿਕੀ, ਜਿੰਨਾ ਲੱਖਾਂ ਦੀ ਵਿਕੀ, ਵੇਚੀ ਜਗ੍ਹਾ ਹੈਗੀ ਹੈ ਨਾ। ਇਹ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਹੱਥ ਲਿਖੇ ਵਿੱਚ ਜਾ ਕੇ ਵੇਚੇ ਇਹਨਾਂ ਨੇ ਵਿਦੇਸ਼ਾਂ, ਕਿਹਨੂੰ ਨਹੀਂ ਪਤਾ ਇਹਨਾਂ ਗੱਲਾਂ, ਕਿੰਨੀ ਵਾਰੀ ਪੁੱਛ ਚੁੱਕੇ। ਜਾਓ ਡਾਕਟਰ ਨਰਾਗ ਸਿੰਘ ਲਓ ਕਿਸੇ ਲਾਈਨ ਦੇ ਉੱਤੇ, ਦੱਸਣਗੇ ਤੁਹਾਨੂੰ ਸਭ ਕੁਛ, ਜਿਹੜੇ ਇੱਥੇ ਡਾਇਰੈਕਟਰ ਰਹੇ ਨੇ ਜੀ, ਤੇ ਕਿਹੜਾ ਕਿਹੜਾ ਸੰਬੰਧ ਲਿਖਿਆ ਇੱਥੋਂ। ਇਸ ਕਰਕੇ ਬੀਬੀ ਜੀ ਜਿਹੜੇ ਆ ਉਹਨਾਂ ਨੂੰ ਚਾਹੀਦਾ ਵੀ ਇਹਦੀ ਪੂਰੀ ਤਰ੍ਹਾਂ ਛਾਂਟਬੀਨ ਕਰਨ। ਹੁਣ ਵੇਖੋ ਭਾਈ ਜਸਵੀਰ ਸਿੰਘ ਰੋਡੇ ਗਏ ਨੇ, ਉਹਨਾਂ ਨੇ ਇੱਕ ਕਿਹਾ ਵੀ ਇੱਕ ਪਹਿਲੀ ਗੱਲ ਤੇ ਤੁਹਾਨੂੰ ਭਾਈ ਬਲਦੇਵ ਸਿੰਘ ਵਡਾਲਿਆਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਸ਼ਰਾਰਤੀ ਅਨਸਰ ਜੀ। ਉਹਨਾਂ ਨੇ ਤੁਹਾਨੂੰ ਆ ਕੇ ਗਲਤ ਗੱਲ ਕੁਛ ਨਹੀਂ ਕਹੀ, ਸਹੀ ਕਿਹਾ ਜੋ ਕਿਹਾ ਵੀ ਭਾਈ ਇਹ ਬੰਦ ਕਰ ਦਿਓ, ਬੰਦ ਕਰਨ ਤੋਂ ਪਹਿਲਾਂ ਪਤਾ ਕਰ ਲਓ ਵੀ ਇਹ ਕੀ ਹੈਗਾ ਹੈ ਕੀ। ਹਾਂਜੀ, ਤੁਸੀਂ ਬੰਦ ਨਹੀਂ ਕੀਤਾ, ਲੇਕਿਨ ਉਹ ਰੋਡੇ ਹੋਰ ਵੀ ਕਹਿ ਕੇ ਗਿਆ ਵੀ ਬੀਬੀ ਇਹ ਬੰਦ ਕੀਤਾ ਜਾਣਾ ਦਾ ਕੰਮ ਕਿਉਂ ਨਹੀਂ ਕੀਤਾ, ਬੰਦ ਨਹੀਂ, ਕਿ ਕੰਮ ਉਵੇਂ ਚੱਲੀ ਜਾਂਦਾ, ਉਹਨਾਂ ਕ ਪਾਸਾ ਜਿਹਾ ਛੱਡਤਾ, ਉਹ ਪਾਸਾ ਛੱਡਤਾ। ਕੱਲ ਨੂੰ ਤੁਸੀਂ ਮੁੜ ਕੇ ਜੇ ਸੰਗਤਾਂ ਦਰਸ਼ਨ ਕਰਨ ਉਹਦੇ ਪੌੜੀ ਬਣਾਉਣੀ ਆ, ਸਭ ਕੁਛ ਬਣਾਉਣਾ, ਉਹਦਾ ਬਰਾਂਡਾ ਵੀ ਬਣਾਓਗੇ ਸਾਰਾ ਅੱਗੇ ਖੁੱਲਾ। ਬਿਲਕੁਲ ਜੀ ਬਿਲਕੁਲ। ਨਾਲੇ ਸਭ ਤੋਂ ਵੱਡੀ ਗੱਲ ਜੇ ਸਿਆਣੇ ਹੋਣ ਤਾਂ ਮੱਥਾ ਟੇਕਣ ਨੂੰ, ਗੋਲਕ ਰੱਖਣ ਨੂੰ ਇੱਕ ਥਾਂ ਤੁਹਾਨੂੰ ਹੋਰ ਮਿਲ ਗਈ। ਬਿਲਕੁਲ ਬਿਲਕੁਲ ਬਿਲਕੁਲ, ਪਰ ਉਹ ਨਹੀਂ ਗੱਲ ਇਹ ਨਹੀਂ ਗੱਲ ਉਹਨਾਂ ਚ ਕੋਈ ਜੀ ਸੋਚਦੇ ਜੀ। ਬਸ ਉਹੀ ਹੈ ਨਾ ਜੀ, ਗੱਲ ਤਾਂ ਇਹ ਹੈ ਵੀ ਨਿਬੇੜਨਾ ਕੰਮ, ਸਿੱਖ ਇਤਿਹਾਸ ਨੂੰ ਮੌਕੇ ਮੌਕੇ ਤੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਨੇ ਇਹ ਤਾਂ ਜੀ। ਤੇ ਬੀਬੀ ਜੀ ਜਦੋਂ ਵੀ ਆਇਆ ਨਾ, ਇਹਨਾਂ ਨੂੰ ਇੱਕ ਆਦਤ ਰਹੀ ਇਹਨਾਂ ਦੀ, ਇਹ ਆਪਣੇ ਆਪ ਤੇ ਕਲੰਕ ਮੱਥੇ ਤੇ ਲਾ ਕੇ ਲੈ ਕੇ ਜਗੇ ਗਏ। ਚਲੋ ਰੱਬ ਬੁੱਧੀ ਬਖਸ਼ੇ ਜੀ। ਤੇ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ, ਕਿਉਂਕਿ ਸਾਡੀ ਪਾਰਲੀਮੈਂਟ ਦੇ ਮੁਖੀ ਨੇ, ਅਸੀਂ ਤਾਂ ਇਹ ਤਾਂ ਕਹਿ ਨਹੀਂ ਸਕਦੇ, ਪਰ ਇਹ ਤਾਂ ਇਹੀ ਕਹਾਂਗੇ ਵੀ ਚਲੋ ਭਲਾ ਕਰ ਜਾਓ ਭਾਈ, ਜਿੰਨਾ ਹੁੰਦਾ ਕਰ ਜਾਓ। ਤੇ ਸੁਮੇਧ ਸੈਣੀ ਦੀ ਕਹਿੰਦੇ ਜਾਇਦਾਦ ਅਟੈਚ ਕਰ ਦਿੱਤੀ ਗਈ ਹੈ ਜੀ, ਇਹ ਕਿਉਂ ਕੀਤੀ ਹੈ? ਉਹ ਬੇਸਿਕਲੀ ਜਿਹੜੀ ਕੋਠੀ ਹੈ ਜਿੱਥੇ ਰਹਿ ਰਹੇ ਨੇ ਜੀ, ਕੋਠੀ ਦੇ ਵਿੱਚ ਉਹਨਾਂ ਨੇ ਕੀ ਕੀਤਾ ਵੀ ਉਹ ਕੋਠੀ ਬਹੁਤ ਮਹਿੰਗੀ ਕੋਠੀ ਆ। ਅੱਛਾ, ਕਿੱਥੇ? ਚੰਡੀਗੜ੍ਹ। ਅੱਛਾ ਜੀ। ਉਹ ਕੋਠੀ ਦੇ ਵਿੱਚ ਕੀਤਾ, ਉਹ ਕੋਈ ਐਕਸ਼ਨ ਸੀਗਾ ਤੇ ਉਹ ਇਹਨਾਂ ਸੱਜਣ ਮਿੱਤਰ ਹੋਊਗਾ, ਉਹਨੇ ਆਪਣੇ ਬਾਪ ਦੇ ਨਾਂ ਤੇ ਕੋਠੀ ਲਈ ਸੀ। ਅੱਛਾ ਜੀ। ਹੁਣ ਇਹਨਾਂ ਤੇ ਜਦੋਂ ਇਨਕਮ ਟੈਕਸ ਦੀ ਗੱਲ ਚੱਲਦੀ, ਕੋਰਟ 'ਚ ਕੇਸ ਗਿਆ ਇਨਕਮ ਟੈਕਸ ਦਾ ਵੀ ਇਹਨਾਂ ਨੇ ਜਿਹੜੀ ਵੱਧ ਪੈਸੇ ਕਮਾਏ ਨੇ, ਉਹਦੇ ਵਿੱਚ ਫਿਰ ਜਿਹੜਾ ਸੈਸ਼ਨ ਜੱਜ ਸੀ ਉਹਨੇ ਕੋਠੀ ਦੀ ਗੱਲ ਕੀਤੀ, ਕੋਠੀ ਦੇ ਵਿਜੀਲੈਂਸ ਨੂੰ ਕਿਹਾ ਤੁਸੀਂ ਜਾਂਚ ਕਰੋ ਜੀ। ਉਹਨਾਂ ਕਿਹਾ ਜੀ ਗੜਬੜ ਆ ਕਿਤੇ। ਗੜਬੜ ਇਸ ਕਰਕੇ ਆ ਵੀ ਸੁਮੇਧ ਸੈਣੀ ਕਹਿੰਦਾ ਵੀ ਮੈਂ 2.5 ਲੱਖ ਰੁਪਇਆ ਮਹੀਨੇ ਦਾ ਕਿਰਾਇਆ ਦਿੰਦਾ ਇਹਨਾਂ ਨੂੰ। ਅੱਛਾ ਜੀ। ਤੇ ਜੇ ਉਹ 2.5 ਲੱਖ ਦਿੰਦਾ, 2.5 ਲੱਖ ਹੁੰਦਾ ਕਿੱਥੋਂ ਆਉਂਦਾ, ਉਹ ਵੀ ਦੱਸੋ। ਹਾਂ, ਦੂਸਰੀ ਚੀਜ਼ ਉਹ ਕਹਿੰਦੇ ਵੀ ਇੱਕ ਇਹਨਾਂ ਨੇ ਸੁਰਿੰਦਰਪਾਲ ਸਿੰਘ ਜਸਪਾਲ ਨਾਲ ਐਗਰੀਮੈਂਟ ਕੀਤਾ ਵਾ ਜਾਲੀ ਜਿਹਾ, ਜਿਹਦੇ ਉੱਤੇ ਸੁਰਿੰਦਰਪਾਲ ਦੇ ਸਾਈਨ ਅਤੇ ਇਹਨਾਂ ਦੇ ਸਾਈਨ ਜਿੱਤੇ ਲਿਖਿਆ ਵੀ ਇਹ 6.5 ਕਰੋੜ ਦੀ ਕੋਠੀ ਖਰੀਦੀ ਗਈ ਹੈ। ਜੇ ਉਹ ਐਗਰੀਮੈਂਟ ਕੀਤਾ ਤਾਂ ਮਤਲਬ ਪ੍ਰਾਪਰਟੀ ਫਿਰ ਸੁਮੇਧ ਸਿੰਘ ਸੈਣੀ ਦੀ ਹੈ। ਸੈਣੀ ਦੀ ਹੈ, ਬਿਲਕੁਲ। ਉਹਨਾਂ ਨੇ ਹੁਣ ਉਹ ਸੈਸ਼ਨ ਜੱਜ ਨੇ ਉਸ ਕੇਸ ਨਾਲ ਅਟੈਚ ਕਰਤੀ ਤੇ ਨਾਲ ਜਿਹੜਾ DC ਮੋਹਾਲੀ ਦਾ ਉਹਨੂੰ ਕਹਿਤਾ ਭਾਈ ਤੁਸੀਂ ਜਾ ਕੇ ਚਾਰਜ ਲਓ ਉੱਥੇ ਇਹਨਾਂ ਦਾ, ਤੁਸੀਂ ਅੱਗੇ ਆਪਣੇ ਉਹ ਰਿਸੀਵਰ ਲਾਤੇ ਉੱਥੇ। ਰਿਸੀਵਰ ਦਾ ਮਤਲਬ ਵੀ ਦੇਖਭਾਲ, ਕੋਈ ਉਹਦੀ ਤੁਸੀਂ ਇੱਟ ਲਾ ਨਹੀਂ ਸਕਦੇ, ਕੋਈ ਲਾ ਨਹੀਂ ਸਕਦੇ ਨਾ, ਬਸ ਹਾਂ ਜੋ ਹੈਗਾ ਉਹਦਾ ਬਰੇ ਤੇ ਰਿਸੀਵਰ ਜਿਹੜਾ ਉਹ ਕੇਅਰ ਟੇਕਰ ਹੋਊਗਾ ਉਹਦਾ। ਤੁਸੀਂ ਰਹਿ ਸਕਦੇ ਹੋ ਜਿੱਦਾਂ ਮਰਜ਼ੀ ਰਹੋ, ਕੋਈ ਗੱਲ ਨਹੀਂ। ਤੇ ਉਹ ਵੀ ਇੱਕ ਸੈਣੀ ਸਾਹਿਬ ਦੀਆਂ ਮੁਸ਼ਕਲਾਂ ਜ਼ਰੂਰ ਵਧੀਆਂ ਨੇ। ਹੁਣ ਵੇਖੋ ਦਾ ਕੇਸ ਦਾ ਕੀ ਬਣਦਾ ਸੀਗਾ। ਚਲੋ ਬੇਘਰ ਹੁੰਦਾ ਕਿ ਨਹੀਂ ਹੁੰਦਾ ਬਾਅਦ ਦੀਆਂ ਗੱਲਾਂ ਨੇ, ਬਾਅਦ ਦੀਆਂ ਗੱਲਾਂ। ਤੇ ਮੈਂ ਇੱਕ ਚੀਜ਼ ਕਹਿੰਦੇ ਕੁੱਬੇ ਦੇ ਲੱਤ ਪਈ ਲੋਟ ਆ ਗਈ। ਕਾਂਗਰਸ ਦੇ ਕਈ ਮੰਤਰੀਆਂ ਦੇ ਜਿਹੜੀਆਂ ਜੀ ਉਹ ਕੁਰਸੀਆਂ ਝੰਡੀਆਂ ਲੈਣੀਆਂ ਸੀਗੀਆਂ, ਹੁਣ ਕਹਿੰਦੇ ਰੌਲੇ ਰੱਪੇ ਦੇ ਵਿੱਚ ਗੋਡੇ ਗਾਡੇ ਫੜੀ ਬੈਠੇ ਆ, ਵੇਖੀ ਜਾਂਦੇ ਆ, ਕਿਸੇ ਨੇ ਮੰਤਰੀ ਬਣਨਾ ਉਹ ਗੋਡੇ ਬਣੀ ਜਾਂਦਾ। ਸੋ ਕੋਈ ਕਹਿੰਦੇ ਸਰਵੇ ਵੀ ਆਇਆ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦਾ, ਕਾਂਗਰਸ ਦਿਆਂ ਦਾ। ਤੁਹਾਨੂੰ ਮੈਂ ਪਹਿਲੀ ਗੱਲ ਦੱਸ ਰਿਹਾ ਜੀ, ਅੱਜ ਦੀ ਡੇਟ ਜਿਹੜੇ ਸਿਆਣੇ MLA ਆ ਨਾ ਜੀ, ਉਹ ਮੰਤਰੀ ਦਾ ਕੰਡਿਆਂ ਦਾ ਤਾਜ ਆਪਣੇ ਸਿਰ ਰੱਖਣ। ਨਾ ਸਿਆਣਾ ਬੰਦੇ ਨੇ ਕੀ ਲੈਣਾ ਹੈ, ਬਿਲਕੁਲ ਸਿਆਣੀ ਗੱਲ ਹੈ। ਉਹ ਕਹਿੰਦਾ ਵੀ ਆਉਣ ਵਾਲੇ 3 ਮਹੀਨਿਆਂ 'ਚ ਜੀ ਕੱਖ ਨਹੀਂ ਕਰ ਸਕਦੇ, ਕਲੰਕ ਲੈ ਕੇ ਜਾਵਾਂਗੇ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਆ ਇੱਥੇ ਪੰਜਾਬ 'ਚ ਇੱਕ ਸਰਵੇ ਹੋਇਆ ਜੀ, ਉਹ ਸਰਵੇ ਮੁਤਾਬਕ 3 ਗੱਲਾਂ ਸਾਹਮਣੇ ਰੱਖੀਆਂ ਗਈਆਂ। ਨੰਬਰ ਪਹਿਲੀ ਗੱਲ ਹੈ ਵੀ ਇੱਥੇ ਲੈਂਡ ਗ੍ਰੈਬਰ ਕੌਣ ਆ ਜੀ, ਜਿਹਨੇ ਜ਼ਮੀਨ ਸਿਆਈ ਹੋਵੇ। ਦੂਜੀ ਹੈ ਸੈਂਡ ਗ੍ਰੈਬਰ ਕੌਣ ਆ ਜੀ। ਤੀਜਾ ਟਰਾਂਸਪੋਰਟਰ ਗ੍ਰੈਬਰ ਕੌਣ ਆ। ਇਹ 3 ਚੀਜ਼ਾਂ ਨੂੰ ਮੁੱਖ ਰੱਖ ਕੇ ਉਹਨਾਂ ਕਿਹਾ ਵੀ ਇਹ ਸਾਰੀ ਪੜਤਾਲ ਕੀਤੀ ਜਾਵੇ ਵੀ ਜਿਹੜੇ ਇਹ ਬੰਦੇ ਕਿਹੜੇ ਕਿਹੜੇ ਹੈਗੇ ਆ ਜੀ। ਉਹਦੇ ਵਿੱਚ 50 ਤੋਂ ਲੈ ਕੇ 60 ਵਿਧਾਇਕ ਜਿਹੜੇ ਉਹਨਾਂ ਦੇ ਨਾਂ ਆਉਂਦੇ ਨੇ। ਤੇ ਰਾਹੁਲ ਗਾਂਧੀ ਹੈ ਜਿੱਦਲ ਬੰਦਾ,
ਉਹਨੇ ਕਹਿਤਾ ਵੀ ਜਿਹੜੇ ਬੰਦਿਆਂ ਦੇ ਇਸ ਲੈਂਡ ਗ੍ਰੈਬਰ ਦੇ ਸੈਂਡ ਗ੍ਰੈਬਰ 'ਚ ਨਾ ਆਉਣਗੇ ਉਹਨਾਂ ਨੂੰ ਬਿਲਕੁਲ ਟਿਕਟ ਨਹੀਂ ਦਿੱਤੀ ਜਾਏਗੀ ਜੀ, ਟਿਕਟ ਨਵੇਂ ਬੰਦੇ ਦਿੱਤੀ ਜਾਏਗੀ। ਇਸ ਕਰਕੇ ਇਹ ਵੀ ਸਿੱਧੂ ਦੀ ਸਿਰਦਰਦ ਦੀ ਗੱਲ ਬਣਨੀ ਹੈ ਜੀ। ਉਸ ਗੱਲ ਦਾ ਵੀ ਵਿਰੋਧ ਹੋਣਾ, ਸਿੱਧੂ ਦੇ ਘਰੋਂ ਨਾ ਆ ਕੇ ਮੋਰਚੇ ਲਾਉਣੇ ਆ, ਉੱਥੇ ਆ ਕੇ ਬਜ਼ਾਰੇ ਕਰਨੇ ਆ, ਬੜਾ ਕੁਛ ਹੋਣਾ ਜੀ। ਲੇਕਿਨ ਉਹ ਜੇ ਕੀ ਕਰ ਦੇਣ ਚੰਗੀ ਗੱਲ, ਕਿਉਂ ਵੇਖੋ 10 ਸਾਲੇ ਬਾਹਰ ਰਹੇ ਤੇ 10 ਸਾਲਾਂ ਬਾਅਦ ਜਦੋਂ ਆਏ ਤੇ ਹਾਬੜੇ ਪੈ ਬਿਲਕੁਲ ਭੁੱਖ ਜਿਹੜੀ ਆ ਨਾ, ਉਹ ਕਹਿੰਦੇ ਧਿਆਏ ਜੱਟ ਨੂੰ ਹੈ ਲੋਟਾ ਲੱਭਿਆ ਪਾਣੀ ਪੀ। ਇਸ ਕਰਕੇ 50 ਤੋਂ ਲੈ ਕੇ 60 MLA ਉਸ ਜਿਹੜੀ ਉਹ ਮੱਦ ਚਾਹੁੰਦੇ ਨੇ। ਹੁਣ ਟਿਕਟ ਕਿਹਦੀ ਕੱਟੀ ਜਾਂਦੀ ਹੈ ਤੇ ਪਤਾ ਨਹੀਂ, ਕਿਹੜੇ ਮਾਫੀਆਂ ਮੰਗਦੇ, ਕਿਹੜੇ ਸਪਸ਼ਟੀਕਰਨ ਦੇ, ਕਿਹਦੀ ਟਿਕਟ ਕੱਟੀ ਜਾਂਦੀ ਹੈ, ਲੇਕਿਨ ਕੱਟੀਆਂ ਟਿਕ ਜਾਣੀਆਂ ਜ਼ਰੂਰ ਹੈ ਜੀ। ਜੀ ਚਲੋ ਖੇਡ ਵੈਸੇ ਵੀ ਤਾਂ ਜੀ ਤੁਸੀਂ ਸਿਆਣੇ ਹੋ, ਟਿਕਟਾਂ ਕੱਟਣਗੇ ਤਾਂ ਗੱਲ ਬਣੂਗੀ। ਹਾਂਜੀ ਬਿਲਕੁਲ। ਤੇ ਕੌਮੀ ਸੁਰੱਖਿਆ ਐਕਟ ਤਹਿਤ ਜਿਹੜੇ ਵਿਅਕਤੀ ਗ੍ਰਿਫਤਾਰ ਕੀਤੇ ਨੇ ਜੀ, ਉਹਨਾਂ ਬਾਰੇ ਸੁਪਰੀਮ ਕੋਰਟ ਦਾ ਕੀ ਰੁਖ ਆਇਆ ਜੀ? ਜਿਹੜੀ ਤੁਸੀਂ ਇਹਦੀ ਕੌਮੀ ਗੱਲ ਕੀਤੀ ਆ, NSA ਦੀ ਗੱਲ ਕੀਤੀ ਆ ਜਾਂ ਦੁਆਪਾ ਦੀ ਗੱਲ ਕੀਤੀ ਆ। ਹਾਂਜੀ। ਇੱਕ ਨੌਜਵਾਨ ਸੀਗਾ ਮਨੀਪੁਰ ਦਾ ਜੀ, ਉਸ ਨੌਜਵਾਨ ਨੇ ਕੀ ਕੀਤਾ ਵੀ ਇੱਕ ਆਪਣੀ ਫੇਸਬੁੱਕ ਦੇ ਉੱਤੇ ਜਿਹੜੇ ਸੀ ਕਮੈਂਟ ਪਾਏ। ਕਮੈਂਟ ਇਹ ਪਾਏ ਵੀ ਜਿਹੜੀ ਗਊ ਮੂਤਰ ਤੇ ਜਿਹੜਾ ਗੋਬਰ ਆ ਉਹ ਕਿਸੇ ਚੀਜ਼ ਦਾ ਇਲਾਜ ਨਹੀਂ। ਵੀ ਮੈਨੂੰ ਅਫਸੋਸ ਆ ਵੀ ਇੱਕ BJP ਦੇ ਆਗੂ ਦੀ ਜਿਹੜੀ ਸੀ ਉਹ ਮੌਤ ਕੋਰੋਨਾ ਨੂੰ ਹੋ ਗਈ, ਲੇਕਿਨ ਉਹਨੇ ਦਵਾਈ ਨਹੀਂ ਲਈ, ਉਹ ਗਊ ਮੂਤਰ ਇਲਾਜ ਕਰਦੇ ਰਹੇ ਤੇ ਇਲਾਜ ਹੋਇਆ ਜੀ। ਉਹਦੇ 'ਚ ਕਈਆਂ ਨੇ ਕਮੈਂਟ ਕੀਤੇ ਵੀ ਵਾਕਿਆ ਠੀਕ ਹੈ। ਉਹਨੇ ਜਦੋਂ ਆਪਣੀ ਫੇਸਬੁੱਕ ਤੇ ਪਾ ਤੇ ਕਹਿਤਾ ਜੀ ਬੜਾ ਅਫਸੋਸ ਆ ਵੀ ਉਹਨਾਂ ਨੂੰ ਇਲਾਜ ਕਰਾਉਣਾ ਚਾਹੀਦਾ ਡਾਕਟਰੀ ਆਪਣੇ ਜੀ, ਗਊ ਮੂਤਰ ਤੇ ਕੋਈ ਗੋਬਰ ਜਿਹੜਾ ਇਲਾਜ ਨਹੀਂ ਕਰ ਉਹਨਾਂ ਦਾ। ਅੱਗੇ ਉਹਨੇ ਪਾਤਾ ਰਿਪ ਜੀ, ਰੈਸਟ ਇਨ ਪੀਸ। ਜਿਹੜਾ ਬੰਦਾ ਚਲੇ ਗਿਆ ਰੈਸਟ ਇਨ ਪੀਸ ਕਹਾਂਗੇ ਆਪਾਂ। ਬਿਲਕੁਲ ਜੀ। ਉਹਦੇ ਤੇ ਉੱਥੋਂ ਦੇ ਲੀਡਰ BJP ਦੇ ਉੱਠੇ ਤੇ ਉਹ ਬੰਦਾ ਹੈਗਾ ਸੀ ਈਸਾਈ, ਉੱਤੇ ਬਕਾਇਆ ਤੌਰ ਤੇ ਮੁਕੱਦਮਾ ਦੇਸ਼ ਧਰੋਂ ਕਰਾਤਾ ਦਰਜ। ਅੱਛਾ ਜੀ। 13 ਮਈ ਕਿ 15 ਮਈ ਨੂੰ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਵਾ, ਇੰਫਾਲ ਜੇਲ੍ਹ ਸੁੱਟ ਦਿੱਤਾ ਜਾਂਦਾ ਵਾ। ਉਹਦੀ ਮਾਂ ਫਿਰ ਜਿਹੜੀ ਸੀ ਕੋਰਟ ਜਾਂਦੀ ਹੈ ਜੀ, ਉਹ ਸੁਪਰੀਮ ਕੋਰਟ ਜਾਂਦੀ ਹੈ। ਸੁਪਰੀਮ ਕੋਰਟ ਦੇ ਉੱਤੇ ਜਿਹੜੀ ਸੋਮਵਾਰ ਜਿਹੜੇ ਚੰਦਰਚੂੜ ਸਾਡੇ ਜੱਜ ਨੇ, ਜਿਹੜੇ ਗਾਂ ਚੀਫ ਜਸਟਿਸ ਬਣਨ ਵਾਲੇ ਨੇ, ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਵੀ ਇਹ ਬਿਲਕੁਲ ਗਲਤ ਕੀਤਾ, ਇਹ ਜਿਹੜੇ ਸਾਡੇ ਮੌਲਿਕ ਅਧਿਕਾਰ ਹੈ, ਫੰਡਾਮੈਂਟਲ ਰਾਈਟ ਤੇ ਉਹਦੀ ਬਿਲਕੁਲ ਲੰਘਣਾ ਜੀ, ਤੇ ਰਾਈਟ ਟੂ ਸਪੀਚ ਇਹਦੀ ਤੁਸੀਂ ਕਿਉਂ ਲੰਘਣਾ ਕੀਤੀ ਤੁਸੀਂ। ਉਹਨਾਂ ਨੇ ਬਕਾਇਦਾ ਤੌਰ ਤੇ ਆਰਡਰ ਪਾਸ ਕਰਕੇ ਜੀ ਡਿਊਟੀ ਲਾਈ, ਜਿਹੜਾ ਸਰਕਾਰੀ ਵਕੀਲ ਸੀ ਭਾਈ ਇਮੀਡੀਏਟਲੀ ਇੰਫਾਲ ਦੇ ਸੂਬੇ ਨੂੰ ਆਰਡਰ ਭੇਜੇ ਜਾਣ ਤੇ ਉਹਨੂੰ ਕਿਹਾ ਜਾਵੇ ਵੀ ਸ਼ਾਮੀ 5 ਵਜੇ ਤੋਂ ਪਹਿਲਾਂ ਇਹ ਬੰਦਾ ਬਾਹਰ ਹੋਣਾ ਚਾਹੀਦਾ ਜੀ। ਉਹਨੇ ਕਿਹਾ ਤੁਸੀਂ ਲੋਕਾਂ ਨੂੰ ਨਿਰਦੋਸ਼ ਲੋਕਾਂ ਨੂੰ ਜੇਲ੍ਹਾਂ ਨਹੀਂ ਰੱਖ ਸਕਦੇ ਤੁਸੀਂ। ਉਦੋਂ 2 ਦਿਨ ਪਹਿਲਾਂ ਸਾਡੇ ਚੀਫ ਜਸਟਿਸ ਰਮੰਨਾ ਸਾਹਿਬ ਨੇ ਉਹਨਾਂ ਨੇ ਇੱਕ ਸਮਾਗਮ 'ਚ ਬੋਲਦਿਆਂ ਕਹਿਤਾ ਵੀ ਸੁਜਵਾਪਾ ਦੀ ਤੇ NSA ਦੀ ਜਿਹੜੀ ਦੁਰਵਰਤੋਂ ਹੋ ਰਹੀ ਹੈ, ਜਿਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਤੁਹਾਨੂੰ ਪਹਿਲਾਂ ਮੰਗਾਇਆ ਉਦੋਂ ਪਹਿਲਾਂ ਜਿਹੜੀ ਦਿੱਲੀ ਹਾਈ ਕੋਰਟ ਆ, ਉਹਦੇ ਜਿਹੜੇ 2 ਸਟੂਡੈਂਟ ਹੈਗੇ ਸੀ JNU ਦੇ ਤੇ ਇੱਕ ਸਟੂਡੈਂਟ ਹੈਗਾ ਸੀ ਜਾਮੀਆ ਦਾ ਜੀ, ਤਿੰਨਾਂ ਨੂੰ ਉਹਨਾਂ ਦੇ ਜਵਾਬਾਂ ਲਾ ਕੇ 1 ਸਾਲ ਤੋਂ ਬੰਦ ਸੀ ਤੇ ਉਹਨਾਂ ਕਿਹਾ ਸੀ ਤੁਸੀਂ ਗਲਤ ਕੀਤਾ, ਇਹਨਾਂ ਕਸੂਰ ਦੱਸੋ ਕੀ ਹੈ। ਉਹਨਾਂ ਨੂੰ ਨਾ ਰਿਹਾ ਕਰਨ ਦੇ ਆਦੇਸ਼ ਦਿੱਤੇ ਸੀ ਵੀ ਰਿਹਾ ਕੀਤਾ ਜਾਵੇ, ਬੇਲ ਦੇ ਦਿੱਤੀ ਸੀ ਉਹਨਾਂ ਨੂੰ। ਉਹਦੇ ਤੇ ਸਰਕਾਰ ਨੇ ਟਿੱਪਣੀ ਕੀਤੀ ਸੀ ਬਕਾਇਦਾ ਤੌਰ ਤੇ ਜੀ ਵੀ ਕਾਨੂੰਨ ਅਸੀਂ ਬਣਾਏ, ਕਾਨੂੰਨ ਦੀ ਲੰਘਣਾ ਕੋਈ ਮਤਲਬ ਬਿਲਕੁਲ ਨਹੀਂ। ਸਾਡਾ ਕੰਮ ਲੋਕਾਂ ਨੂੰ ਇਨਸਾਫ ਦੇਣਾ ਜੀ। ਤੁਸੀਂ ਜਿਸ ਡਾਇਰੈਕਸ਼ਨ ਦੇ ਕਾਨੂੰਨ ਬਣਾਓ ਤੁਸੀਂ ਆਪਣੇ, ਕੋਈ ਗੱਲ ਨਹੀਂ, ਲੇਕਿਨ ਲੋਕਾਂ ਨੂੰ ਇਨਸਾਫ ਅਸੀਂ ਦੇਣਾ ਵਾ। ਇਹ ਥੋੜੀ ਕਿ ਕਾਨੂੰਨ ਦਾ ਮਤਲਬ ਜਿੱਦਾਂ ਬਣਾਇਆ ਤੁਸੀਂ ਲਾਗੂ ਕਰੀ ਜਾਓਗੇ, ਬਜਾਏ ਲੋਕਾਂ ਨੂੰ ਬੰਦ ਕਰੀਓ ਅੰਦਰ, ਜਿਹੜਾ ਤੁਹਾਡੇ ਦੀ ਅੱਖ ਦੇ ਚੁੱਕ ਕੇ ਅੰਦਰ ਸੁੱਟ ਦੇਗੋ ਤੁਸੀਂ। ਇਸ ਕਰਕੇ ਇਹ 3 ਘਟਨਾਵਾਂ ਵਾਪਰੀਆਂ, ਤਿੰਨਾਂ ਦੇ ਕਰਕੇ ਜਿਹੜੀ ਇਸ ਵੇਲੇ ਸਰਕਾਰ ਉਹ ਸਖਤੇ ਦੇ ਵਿੱਚ ਆ ਜੀ। ਤੇ ਚੀਫ ਜਸਟਿਸ ਨੇ ਵਿਰੋਧਤਾ ਕਰਤੀ ਤੇ ਜਿਹੜੇ ਚੰਦਰਚੂੜ ਜਿਹੜੇ ਗਾਂ ਚੀਫ ਜਸਟਿਸ ਬਣਨ ਵਾਲੇ ਉਹਨਾਂ ਦੇ ਬੰਦਾ ਹੀ ਰਿਹਾ ਕਰਤਾ, ਬੰਦਾ ਹੁਣੇ ਰਿਹਾ ਕਰੋ ਜੀ। ਬਿਲਕੁਲ ਜੀ। ਤੇ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਜੇਕਰ ਕਿਸੇ ਵੀਰ ਨੇ ਕੋਈ ਵੀ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਹੈ ਜਾਂ ਰੇਡੀਓ ਪੰਜਾਬ ਟੂਡੇ ਦੀ ਕਿਸੇ ਪ੍ਰਕਾਰ ਦੀ ਵੀ ਉਹਨਾਂ ਨੇ ਆਰਥਿਕ ਤੌਰ 'ਤੇ ਮਦਦ ਕਰਨੀ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 978014
41741 97801 41741 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਭੱਟੀ ਸਾਹਿਬ ਅਗਲੀ ਗੱਲ ਕਰੀਏ ਤਾਂ ਕੈਪਟਨ ਆਪਾਂ ਕਿਸਾਨਾਂ ਦੀ ਦਿੱਲੀ ਪੁਲਿਸ ਨਾਲ ਕੋਈ ਮੀਟਿੰਗ ਹੋਈ ਆ, ਉਹਦਾ ਕੀ ਬਣਿਆ? ਵੇਖੋ ਜੀ, ਦਿੱਲੀ ਪੁਲਿਸ ਨੇ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਸੀ। ਪਹਿਲੀ ਗੱਲ ਤੇ ਉਹਨਾਂ ਨੇ ਗੱਲ ਕਹੀ ਵੀ ਤੁਸੀਂ 200 ਬੰਦਾ ਅਸੀਂ ਸੰਸਦ ਭਵਨ ਨਹੀਂ ਜਾਣ ਦੇਣਾ ਜੀ, ਤੁਸੀਂ ਆਪਣੀ ਗਿਣਤੀ ਘਟਾਓ, 10 ਬੰਦੇ ਲੈ ਲਓ, 15 ਲੈ ਲਓ, 20 ਲੈ ਲਓ, 30 ਲੈ ਲਓ, ਵੱਧ ਨਹੀਂ ਜੀ। ਕਿਸਾਨਾਂ ਨੇ ਕਿਹਾ ਵੀ ਅਸੀਂ ਐਲਾਨ ਕੀਤਾ ਅਸੀਂ 200 ਬੰਦਾ ਜਾਵਾਂਗੇ, ਬਿਲਕੁਲ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ, ਸਾਡੀ ਕੋਈ ਪ੍ਰਵੋਕੇਸ਼ਨ ਨਹੀਂ ਹੋਊਗੀ, ਕੁਛ ਨਹੀਂ ਹੋਏਗਾ। ਅਸੀਂ ਆਪਣੇ ਜਿਹੜੇ ਆ ਕਾਨੂੰਨ ਆ ਉਹਨਾਂ ਬਾਰੇ ਨਾਅਰੇਬਾਜ਼ੀ ਕਰਦੇ, ਆਪਣੀ ਨਾਅਰੇਬਾਜ਼ੀ ਕਰਦੇ ਜਾਵਾਂਗੇ ਅਸੀਂ ਜੀ। ਉਹ ਕਹਿੰਦੇ ਕੀ ਗਰੰਟੀ ਹੋਊਗੀ ਸ਼ਰਾਰਤੀ ਅਨਸਰ ਕੋਈ ਨਹੀਂ ਹੋਏਗਾ। ਉਹਨਾਂ ਕਿਹਾ ਸ਼ਰਾਰਤੀ ਅਨਸਰ ਦੀ ਇਹ ਗਰੰਟੀ ਹੋਏਗੀ ਵੀ ਜਿਹੜਾ ਸਾਡਾ 200 ਬੰਦਾ ਆਏਗਾ ਉਹਦੇ ਕੋਲ ਬਕਾਇਦਾ ਤੌਰ ਤੇ ਉਹਦੇ ਗਲ ਦੇ ਵਿੱਚ ਆਇਡੈਂਟੀ ਕਾਰਡ ਹੋਊਗਾ, ਸੰਯੁਕਤ ਕਿਸਾਨ ਮੋਰਚੇ ਦਾ ਆਇਡੈਂਟੀ ਕਾਰਡ ਪਾਇਆ ਹੋਊਗਾ। ਅਸੀਂ ਆਪ ਮਹਿਸੂਸ ਕਰਦੇ ਵੀ ਗਲਤ ਬੰਦੇ ਆ ਕੇ ਗੜਬੜ ਕਰ ਸਕਦੇ ਆ, ਲੇਕਿਨ ਉਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਬੰਦੇ ਘਟਾ ਲਓ। ਉਹਨੇ ਕਿਹਾ ਬਿਲਕੁਲ ਨਹੀਂ। ਹੁਣ ਜੇ ਬੰਦੇ ਨਹੀਂ ਘਟਾਉਣਗੇ ਤੇ ਉਹ ਕਹਿੰਦੇ ਅਸੀਂ ਸੰਸਦ ਤੱਕ ਜਾਣ ਨਹੀਂ ਦੇਣਾ। ਉਹਨੇ ਕਿਹਾ ਨਹੀਂ ਜਾਣਦਾ, ਜਿੱਥੇ ਰੁਕ ਕੇ ਅਸੀਂ ਉੱਥੇ ਹੀ ਆਪਣਾ ਮੁਜ਼ਾਹਰਾ ਕਰਕੇ ਵਾਪਸ ਆ ਜਾਵਾਂਗੇ। ਉਹਨਾਂ ਨੇ ਕਿਹਾ 22 ਤਰੀਕ ਤੋਂ ਲੈ ਕੇ 13 ਅਗਸਤ ਤੱਕ ਇਹ ਮੁਹਿੰਮ ਸਾਡੀ ਜਾਰੀ ਰਹੇਗੀ ਤੇ ਬਿਲਕੁਲ ਡਾਨੇ ਵਾਲੀ ਸਾਹਿਬ ਠੀਕ ਆ ਜੀ, ਉੱਥੇ ਬੈਠਿਆ ਕੁਛ ਨਹੀਂ ਬਣਨਾ, ਥੋੜੀ ਬਹੁਤੀ ਇਹਨਾਂ ਨੂੰ ਹਿਲਜੁਲ ਕਰਨੀ ਪੈਣੀ। ਐਵੇਂ ਤਾਂ ਨਹੀਂ ਜੀ ਹਿਲਜੁਲ ਤਾਂ ਨਹੀਂ ਤਾਂ ਫਿਰ ਉਹ ਕਹਿੰਦੇ ਹੁੰਦੇ ਨਾ ਵੀ ਪਾਸਾ ਹੀ ਬੰਦਾ ਵੀ ਨਾ ਹਿੱਲੇ ਮੰਜੇ ਤੋਂ ਤਾਂ ਪਾਸਾ ਤਾਂ ਉਹਦਾ ਲੱਗ ਜਾਂਦਾ। ਜੀ 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 ਜੀ, ਇਸ ਕਰਕੇ ਹਿਲਜੁਲ ਕਰਨੀ ਪੈਣੀ ਹੈ। ਤੇ ਵਧੀਆ ਉਹਨਾਂ ਦਾ ਹੈਗਾ ਵਾ ਜਾਣ ਦੇਣ ਜਾਂ ਨਾ ਜਾਣ ਦੇਣ, ਇਹ ਠੀਕ ਆ, ਜਿੱਥੇ ਰੁਕਣਗੇ ਰੁਕ ਜਾਓ, ਰੁਕ ਕੇ ਬਹਿ ਕੇ ਆਪਣਾ ਜਿਹੜਾ ਪ੍ਰੋਟੈਸਟ ਕਰ ਲਓ। ਜੇ ਗ੍ਰਿਫਤਾਰ ਕਰ ਲੈਣਗੇ ਤੇ ਜੇਲ੍ਹ ਚਲ ਜਾਓ, ਨਹੀਂ ਗ੍ਰਿਫਤਾਰ ਕਰਨਗੇ ਤੇ ਵਾਪਸ ਆ ਜਾਓ। ਇਹ ਰਾਜੇਵਾਲ ਸਾਹਿਬ ਨੇ ਕਹਿ ਦਿੱਤਾ ਵੀ ਅਸੀਂ ਗ੍ਰਿਫਤਾਰੀਆਂ ਦੇਵਾਂਗੇ, ਸਾਨੂੰ ਗ੍ਰਿਫਤਾਰ ਕਰੋ ਜੀ ਜੇਲ੍ਹ ਭੇਜੋ ਤੁਸੀਂ। ਲੇਕਿਨ ਉਹਨਾਂ ਗ੍ਰਿਫਤਾਰ ਤੇ ਕਰਨੇ ਨਹੀਂ, ਬਿਠਾ ਕੇ ਉੱਥੇ ਰੌਲਾ ਪਾ ਕੇ ਜਾਓ, ਅਗਲੇ ਦਿਨ ਫਿਰ 200 ਚੱਲ ਜਾਣਗੇ। 13 ਅਗਸਤ ਤੱਕ ਕੰਮ ਜਾਰੀ ਰਹਿਣਾ। ਚਲੋ ਗੱਲ ਇਹ ਨਾ ਜੀ, ਕੁਛ ਤਾਂ ਉਧਰੋਂ ਜੇ ਕਰਨਗੇ ਤਾਂ ਪਾਰਲੀਮੈਂਟ 'ਚ ਵੀ ਤਾਂ ਰੌਲਾ ਪਿਆ ਹੋਇਆ ਨਾ ਜੀ ਚੰਗਾ। ਬਿਲਕੁਲ, ਜਿਸ ਤਰੀਕੇ ਨਾਲ ਵੇਖੋ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਹਿਲ ਕਦਮੀ ਕੀਤੀ ਆ, ਕੰਮ ਰੋਕੂ ਮਤਾ ਲਿਆਂਦਾ ਵਾ, ਉਹਦੇ ਨਾਲ ਫਿਰ ਮਨੀਸ਼ ਤਿਵਾੜੀ ਆਏ ਨੇ, ਫਿਰ ਭਗਵੰਤ ਮਾਨ ਆਏ ਨੇ, ਫਿਰ DMK ਦੇ ਤਾਮਿਲਨਾਡੂ ਜਿਹੜੇ ਉਹ ਲੀਡਰ ਆਏ ਨੇ, ਫਿਰ ਕੇਰਲਾ ਤੋਂ ਆਏ ਨੇ, ਫਿਰ ਬੰਗਾਲ ਤੋਂ ਆਏ ਨੇ। ਜਿਹੜੇ ਬੰਦੇ ਵਿਰੋਧੀ ਧਿਰ ਦੇ ਲੀਡਰ ਸੀ ਉਹ ਅੱਗੇ ਆਏ ਨੇ। ਉਹਨਾਂ ਪ੍ਰਧਾਨ ਮੰਤਰੀ ਨੇ ਬੋਲਣ ਨਹੀਂ ਦਿੱਤਾ। ਉਹ ਕਹਿੰਦੇ ਨਾ, ਪਹਿਲਾਂ ਕਿਸਾਨਾਂ ਦੀ ਗੱਲ ਕਰੋ, ਫਿਰ ਗੱਲ ਕਰਾਂਗੇ ਤੁਸੀਂ। ਜੀ ਜੀ। ਉਦੋਂ ਬਾਅਦ ਜਿਹੜੇ ਬਿੱਲ ਵਗੈਰਾ ਸੀ ਫੜ ਕੇ, ਜਿਹੜੇ ਸੁਖਬੀਰ ਸਿੰਘ ਬਾਦਲ ਅੱਜ ਵੀ ਖਲੋਤੇ ਸੀ ਬਾਹਰ, ਉੱਥੇ ਨਾਲ ਸਾਡੇ ਭੁੰਦਰ ਸਾਹਿਬ ਸੀ ਉਹਨਾਂ ਦੇ ਜੀ, ਉਹ ਬਿੱਲ ਫੜ ਕੇ ਖਲੋਤੇ ਸੀ ਤੇ ਉਹਦੇ ਆਇਆ ਲੰਘਿਆ ਆਪਣਾ ਜਿਹੜਾ ਸੀ ਆਪਣੇ ਉਹ ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ, ਉਹਨੂੰ ਵਿਖਾਉਂਦੇ ਸੀ ਪੜ੍ਹ ਲਓ ਅਸੀਂ ਲਿਖਿਆ ਕੀ ਹੈ ਜੀ। ਤੇ ਸੁਖਬੀਰ ਹੋਈ ਨਾਲ ਮੁਸਕਰਾਉਣ ਡਿਆ ਸੀ ਮਾੜਾ ਮਾੜਾ ਵੀ ਮਹਾਰਾਜ ਕੀ ਹਾਲ ਚਾਲ। ਚਲੋ ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ, ਧੰਨਵਾਦ, ਸ਼ੁਕਰੀਆ ਜੀ। ਸੋ ਇਹ ਸੰਸਦ ਜਸਵੀਰ ਸਿੰਘ ਭੱਟੀ ਹੋਰੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਜਾਰੀ ਹੈ।